ਕਾਂਛੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਚੰਦਰ ਜੀ, ਤੁਹਾਡਾ ਸਵਾਗਤ ਹੈ ਕਾਂਛੀ ਟੀਵੀ 'ਤੇ। ਥੈਂਕ ਯੂ। ਪਿਆਰੇ ਦਰਸ਼ਕੋ, ਅੱਜ ਅਸੀਂ OBC ਅਦਰ ਬੈਕਵਰਡ ਕਲਾਸਿਸ ਇਹਦੇ ਬਾਰੇ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਔਰ ਉਹਨਾਂ ਦੀ ਮਰਦਸ਼ੁਮਾਰੀ ਜਿਹੜੀ ਬਹੁਤ ਦੇਰ ਤੋਂ ਪੈਂਡਿੰਗ ਸੀਗੀ, ਸੈਂਸਸ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ। ਔਰ ਇਹ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਪਹਿਲੀ ਤਾਂ ਗੱਲ ਇਹ ਹੈ ਕਿ ਕਾਂਛੀ ਟੀਵੀ ਨੂੰ ਯੰਗ ਪ੍ਰੈਜੈਂਟਰ ਜਿਹੜੇ ਹੈਗੇ ਆ, ਇੱਥੇ ਦੇ ਪੜ੍ਹੇ ਲਿਖੇ ਆ, ਉਹਨਾਂ ਦੀ ਬਹੁਤ ਹੀ ਜ਼ਰੂਰਤ ਹੈ। ਕਿਉਂਕਿ ਜਿੰਨੇ ਵੀ ਹੈਗੇ ਆ, ਖਾਸ ਤੌਰ 'ਤੇ ਇਸ ਵੇਲੇ ਉਹਨਾਂ ਦੇ ਵਿੱਚੋਂ ਮੈਜੋਰਟੀ ਜਿਹੜੇ ਹੈਗੇ ਆ ਉਹ ਤਕਰੀਬਨ ਮੇਰੀ ਉਮਰ ਦੇ ਆ, ਰਿਟਾਇਰ ਹੋਣ ਨੂੰ ਫਿਰਦੇ ਆ। ਅਸੀਂ ਕਹਿੰਦੇ ਵੀ ਜਗ ਪ੍ਰੈਜੈਂਟਰ ਆ ਜਾਣ ਤਾਂ ਚੰਗੀ ਗੱਲ ਹੈ ਔਰ ਝਿਜਕਣ ਦੀ, ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਹੁੰਦੀ ਆ ਪਹਿਲਾਂ ਝਿਜਕ, ਅਸੀਂ ਬਿਲਕੁਲ ਉਹਨਾਂ ਨੂੰ ਟ੍ਰੇਨ ਕਰਾਂਗੇ ਔਰ ਉਹਨਾਂ ਨੂੰ ਵੈਲਕਮ ਕਰਾਂਗੇ। ਜਿਹੜੇ ਪੇਰੈਂਟਸ ਸੁਣਦੇ ਆ ਉਹਨਾਂ ਅੱਗੇ ਵੀ ਇਹ ਰਿਕੁਐਸਟ ਹੈਗੀ ਆ ਕਿ ਉਹ ਆਪਣੇ ਬੱਚਿਆਂ ਨੂੰ ਇਨਕਰੇਜ ਕਰਨ, ਕਿਉਂਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਅੱਗੇ ਆ ਕੇ ਬੋਲਣਾ ਨਹੀਂ ਸਿੱਖੂਗੇ, ਗੱਲ ਕਰਨੀ ਨਹੀਂ ਲੋਕਾਂ ਦੇ ਨਾਲ ਸਿੱਖੂਗੇ, ਤਾਂ ਸਾਡਾ ਜਿਹੜਾ ਮਿਸ਼ਨ ਹੈ, ਸਾਡੀ ਜਿਹੜੀ ਹੈਗੀ ਆ ਆਵਾਜ਼, ਉਹ ਅੱਗੇ ਕਿੱਦਾਂ ਵਧੂਗੀ। ਬਿਲਕੁਲ। ਔਰ ਜਿਹਨੂੰ ਵੀ ਕਿਸੇ ਨੂੰ ਜਿਹੜਾ ਵੀ ਕੋਈ ਇੰਟਰਸਟਡ ਹੋਵੇ ਉਹ ਕਾਂਛੀ ਟੀਵੀ ਦੇ ਨਾਲ ਟੈਲੀਫੋਨ ਕਰਕੇ ਆਪਣਾ ਤਾਰਫ ਕਰ ਸਕਦੇ ਆ ਔਰ ਆ ਕੇ ਇੱਥੇ ਆਪਣਾ ਨਾਂ ਨੰਬਰ ਦੇ ਕੇ ਉਹ ਜਦੋਂ ਵੀ ਕਹਿਣ ਅਸੀਂ ਉਹਨਾਂ ਨੂੰ ਕਿਸੇ ਦੇ ਨਾਲ ਬਿਠਾ ਕੇ ਇਸੇ ਤਰ੍ਹਾਂ ਟ੍ਰੇਨ ਕਰਾਂਗੇ। ਔਰ ਦੂਸਰੀ ਗੱਲ ਇਹ ਹੈਗੀ ਹੈ ਪਿਆਰੇ ਦਰਸ਼ਕੋ, ਕਿਉਂਕਿ ਅਸੀਂ ਗੱਲਾਂ ਜਿੰਨੀਆਂ ਵੀ ਕਰਦੇ ਹਨ ਉਹ ਕੌਮੀ ਗੱਲਾਂ ਹਨ ਔਰ ਜਿਹੜਾ ਕਾਂਛੀ ਟੀਵੀ ਆ ਉਹ ਵੀ ਇੱਕ ਕੌਮ ਦਾ। ਠੀਕ ਹੈ, ਲੋਕ ਕਹਿੰਦੇ ਆ ਜੀ ਇਹ ਫਲਾਣੇ ਦਾ, ਪਰ ਜੋ ਕੁਛ ਇੱਥੋਂ ਇਹਦਾ ਮਿਸ਼ਨ ਹੈਗਾ ਉਹ ਕੌਮੀ ਆ। ਔਰ ਤਕਰੀਬਨ 4 ਸਾਲ ਤੋਂ ਉੱਤੇ ਮੈਨੂੰ ਇਹਨਾਂ ਦੇ ਨਾਲ ਜੁੜੇ ਨੂੰ ਹੋਏ ਹਨ ਔਰ ਮੈਂ ਜਿੰਨੀਆਂ ਵੀ ਗੱਲਾਂ ਕਰਦਾ ਹਾਂ ਉਹ ਜਿਹੜੇ ਹੈਗੇ ਆ ਮਾਲਕ ਜਾਂ ਜਿਹੜੇ ਹੈਗੇ ਆ ਚਲਾਉਣੇ ਵਾਲੇ, ਮੈਂ ਉਹਨਾਂ ਦੀ ਗੱਲ ਬਹੁਤ ਕਦੀ ਘੱਟ ਕੀਤੀ ਹੈ ਔਰ ਮੈਂ ਸਿਰਫ ਕੌਮ ਦੇ ਮਿਸ਼ਨ ਦੀ ਗੱਲ ਕਰਦਾ। ਔਰ ਜਦੋਂ ਅਸੀਂ ਮਿਸ਼ਨ ਦੀ ਗੱਲ ਕਰਦੇ ਹਾਂ, ਕੌਮ ਦੇ ਵਿੱਚ ਜੋ ਕੁਝ ਸਾਡੇ ਨਾਲ ਵਧੀਕੀਆਂ ਇੰਡੀਆ ਦੇ ਵਿੱਚ ਹੁੰਦੀਆਂ ਹਨ, ਜੋ ਕੁਝ ਤਸ਼ੱਦਦ ਹੁੰਦੇ ਹਨ, ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਪੇਸ਼ ਕਰਦੇ ਹਾਂ। ਔਰ ਅਸੀਂ ਇਸ ਗੱਲ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ ਕਿ ਬਹੁਤ ਸਾਰੇ ਜਿਹੜੇ ਹੈਗੇ ਲਿਸਨਰ ਹੈਗਾ ਉਹ ਟੈਲੀਫੋਨ ਕਰਕੇ ਹਿੱਸਾ ਲੈਂਦੇ ਹਨ, ਪਾਰਟੀਸਪੇਟ ਕਰਦੇ ਹਨ ਔਰ ਸਰਾਹਨਾ ਕਰਦੇ ਹਨ। ਅਸੀਂ ਬਾਹਰ ਵੀ ਜਾਈਦਾ ਤਾਂ ਲੋਕ ਬੜੀ ਸਰਾਹਨਾ ਕਰਦੇ ਹਨ। ਪਰ ਪਿਆਰੇ ਦਰਸ਼ਕੋ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਪੈਸੇ ਤੋਂ ਬਿਨਾਂ ਕੋਈ ਗੱਲ ਵੀ ਨਹੀਂ ਬਣਦੀ। ਇਹ ਜਿਹੜਾ ਮਿਸ਼ਨ ਦੀ ਗੱਲ ਹੈਗੀ ਆ, ਕਿਤੇ ਵੀ ਤੁਸੀਂ ਤੁਰ ਲਓ, ਜਲੂਸ ਕੱਢਣਾ ਹੋਵੇ ਜਾਂ ਕੋਈ ਹੋਰ ਕੰਪੇਨ ਕਰਨਾ ਹੋਵੇ, ਉੱਥੇ ਵੀ ਪੈਸੇ ਦੀ ਜ਼ਰੂਰਤ ਹੁੰਦੀ ਹੈ। ਔਰ ਖ਼ਾਸ ਤੌਰ 'ਤੇ ਜਿਹੜਾ ਟੈਲੀਵਿਜ਼ਨ ਹੈ, ਇਹਦੇ ਵਿੱਚ ਪਿਆਰੇ ਦਰਸ਼ਕੋ ਬਹੁਤ ਜ਼ਿਆਦਾ ਹੀ ਜ਼ਰੂਰਤ ਹੁੰਦੀ ਹੈ ਔਰ ਰੈਗੂਲਰ ਇਨਕਮ ਦੀ ਜ਼ਰੂਰਤ ਹੈ ਜੋ ਕਿ ਤੁਹਾਡੇ ਕੋਲੋਂ ਹੀ ਆਉਣੀ ਹੈ। ਔਰ ਮੈਂ ਸਮਝਦਾ ਹਾਂ ਕਿ ਜਿਸ ਤਰ੍ਹਾਂ 2-3 ਮਹੀਨੇ ਪਹਿਲਾਂ ਕੋਈ ਮੁਸ਼ਕਲ ਆਈ ਸੀਗੀ ਔਰ ਜੇ ਤੁਸੀਂ ਸਾਰੇ ਮੈਨੂੰ ਸੁਣਦੇ, ਮੇਰੇ ਨਾਲ ਸਹਿਮਤ ਹੋ, ਤਾਂ ਉੱਦਾਂ ਦੀ ਘੜੀ ਆਉਣ ਨਾ ਦਿਓ। ਖੁੱਲ੍ਹ ਕੇ ਆਪਣੇ, ਜੇ ਤੁਸੀਂ ਸਹਿਮਤ ਆ ਤਾਂ ਆਪਣੀ ਜੇਬ ਦੇ ਵਿੱਚੋਂ ਕਾਂਛੀ ਟੀਵੀ ਦੀ ਮਦਦ ਜ਼ਰੂਰ ਕਰੋ। ਥੈਂਕ ਯੂ। ਇਹਨਾਂ ਮੈਂ ਕਹਿੰਦਾ ਦਵਿੰਦਰ ਜੀ, ਤੁਸੀਂ ਕੁਝ ਹਾਂਜੀ, ਥੈਂਕ ਯੂ ਵੈਰੀ ਮਚ ਜੀ। ਬਹੁਤ ਸੋਹਣੀ ਤੁਸੀਂ ਗੱਲ ਕੀਤੀ, ਖਾਸ ਕਰਕੇ ਜਿਹੜੀ ਨਵੇਂ ਪ੍ਰੈਜੈਂਟਰਸ ਦੀ, ਮਤਲਬ ਜਿਹੜੇ ਯੰਗਸਟਰਸ ਹੈਗੇ ਆ ਉਹਨਾਂ ਨੂੰ ਹਿੱਸਾ ਲੈਣਾ ਚਾਹੀਦਾ। ਕਿ ਅਸੀਂ ਅਕਸਰ ਸੋਚਦੇ ਹਾਂ ਕਿ ਦੇਖਦੇ ਹਾਂ, ਉਹ ਚਰਚਾ ਵੀ ਕਰਦੇ ਇਹਦੀ ਕਿ ਜਿਹੜਾ ਬਹੁਜਨ ਸਮਾਜ ਹੈਗਾ ਉਹਦੇ ਵਿੱਚ ਜਿਹੜੀ ਮੀਡੀਆ ਦੀ ਬਹੁਤ ਘਾਟ ਆ। ਬਿਲਕੁਲ ਸੀ, ਔਰ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹਦੇ ਕੋਲ ਮੀਡੀਆ, ਉਹਦੀ ਆਵਾਜ਼ ਸੁਣੀ ਜਾਂਦੀ, ਜਿਹਦਾ ਮੀਡੀਆ ਨਹੀਂ ਹੈ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ। ਬਿਲਕੁਲ। ਔਰ ਉਸ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਜਿਹੜੇ ਯੰਗ
ਪ੍ਰੈਜ਼ੈਂਟਰ ਆ, ਯੰਗ ਲਿਖਾਰੀ ਆ, ਯੰਗ ਸਪੀਕਰ ਹੈਗੇ ਆ, ਉਹਨਾਂ ਦੀ ਬਹੁਤ ਲੋੜ ਰਹਿੰਦੀ ਆ, ਮਤਲਬ ਉਹਨਾਂ ਦੀ ਬਹੁਤ ਇੰਪੋਰਟੈਂਟ ਰੋਲ ਹੁੰਦਾ ਉਹਨਾਂ ਦਾ। ਬਿਲਕੁਲ ਬਿਲਕੁਲ ਹਾਂਜੀ। ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਜੋ ਵੀ ਸਾਥੀ ਜਿਹੜੇ ਇੰਟਰਸਟਿਡ ਹਨ ਉਹ ਜ਼ਰੂਰ ਕਾਂਸ਼ੀ TV ਤੇ ਸੰਪਰਕ ਕਰਨ ਔਰ ਆਪਣੇ ਗੱਲਬਾਤ ਕਰਨ, ਔਰ ਸਾਡੇ ਵੱਲੋਂ ਜਿੰਨੀ ਵੀ ਹੈਲਪ ਹੋ ਸਕਦੀ ਹੋਊਗੀ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਜਿਹੜੀ ਤੁਸੀਂ ਅੱਜ ਆਪਣਾ ਬਹੁਤ ਅਹਿਮ ਸਬਜੈਕਟ ਲਿਆਂਦਾ, ਵਿਸ਼ਾ ਲਿਆਂਦਾ, ਉਹਦੇ ਲਈ ਵੀ ਤੁਹਾਡਾ ਧੰਨਵਾਦ ਕਿ ਇੰਡੀਆ ਦੇ ਵਿੱਚ ਇਹ ਬਹੁਤ ਭਖਦਾ ਮਸਲਾ ਹੈ ਜੀ ਕਿ ਜਿਹੜੀ ਹੁਣ ਜਨਗਣਨਾ ਹੋਣ ਵਾਲੀ ਆ, ਜਨਗਣਨਾ ਸੈਂਸਸ ਮਰਦਮਸ਼ੁਮਾਰੀ ਜੀ, ਉਹਦੇ ਵਿੱਚ ਜਿਹੜੀ OBC ਅਦਰ ਬੈਕਵਰਡ ਕਲਾਸਿਸ ਜਾਂ ਉਹ ਮਤਲਬ ਪਛੜੀਆਂ ਸ਼੍ਰੇਣੀਆਂ, ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਬਿਲਕੁਲ ਜਿੱਥੇ ਕਿ ਸ਼ਡਿਊਲਡ ਕਾਸਟ ਜਿਹੜੇ ਹੈਗੇ ਆ, ਅਨੁਸੂਚਿਤ ਜਾਤੀਆਂ ਔਰ ਜਿਹੜੀਆਂ ਸ਼ਡਿਊਲਡ ਟ੍ਰਾਈਬਸ ਉਹਨਾਂ ਦੀ ਗਿਣਤੀ ਹੁੰਦੀ ਹੈਗੀ ਆ। ਔਰ ਜਿਹੜੇ ਮਤਲਬ ਆਪਣੇ OBC ਜਿਹੜੀ ਕਮਿਊਨਿਟੀ ਬਹੁਤ ਪਾਪੂਲੇਸ਼ਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਬਿਲਕੁਲ ਇੱਕ ਮਤਲਬ ਗੈਸ ਮੁਤਾਬਕ ਜਿਹਨੂੰ ਆਪਾਂ ਮੰਨਦੇ ਆ ਕਿ ਉਹ ਤਕਰੀਬਨ 52% ਹੈ। ਬਿਲਕੁਲ ਹੁਣ ਇਹ ਹੈਗਾ ਕਿ ਹੋਰ ਵੀ ਉਹਦੇ ਵਿੱਚ ਐਡ ਕਾਸਟ ਜਿਹੜੀਆਂ ਜਾਤਾਂ ਐਡ ਕੀਤੀਆਂ ਤੇ ਉਹਦੀ ਪਾਪੂਲੇਸ਼ਨ ਲੋਕੀ ਵਿਸ਼ਵਾਸ ਕਰਦੇ ਆ ਕਿ ਉਹ 52% ਤੋਂ ਵੀ ਜ਼ਿਆਦਾ ਆ। ਐਕਚੁਅਲੀ ਜਿਹੜਾ 52% ਦਾ ਫਿਗਰ ਲੈਂਦੇ ਆ ਜੀ ਉਹ 1931 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉੱਥੋਂ ਲੈਂਦੇ। ਆਪਾਂ ਨੂੰ ਪਤਾ ਇੰਡੀਆ ਵਿੱਚ ਜਦੋਂ ਅੰਗਰੇਜ਼ਾਂ ਦਾ ਰਾਜ ਸੀ 1871 ਦੇ ਵਿੱਚ ਮਰਦਮਸ਼ੁਮਾਰੀ ਹੋਈ ਸੀ ਔਰ 72 ਦੇ ਵਿੱਚ ਉਹਦਾ ਰਿਜ਼ਲਟ ਆਇਆ ਸੀ ਜੀ। ਔਰ ਉਹ ਜਿਹੜੀ ਮਰਦਮਸ਼ੁਮਾਰੀ ਹੋਈ ਸੀਗੀ ਉਹਦੇ ਵਿੱਚ ਜਿਹੜੀਆਂ ਜਾਤਾਂ ਸੀਗੀਆਂ ਸਾਰਿਆਂ ਦੀ ਗਿਣਤੀ ਹੋਈ ਸੀ ਜੀ ਜੀ। ਉਹ ਕੰਟੀਨਿਊ ਐਵਰੀ 10 ਈਅਰ ਚੱਲਦੇ ਰਹੇ। ਔਰ ਲਾਸਟ ਜਿਹੜੀ ਜਨਗਣਨਾ ਹੋਈ ਆ ਉਹ 1931 1931 ਵਿੱਚ ਹੋਈ ਆ। ਔਰ ਉਹਦੇ ਵਿੱਚ ਵੀ ਜਿਹੜੀ ਜਾਤਾਂ ਦੀ ਸਾਰੀਆਂ ਜਿੰਨੀਆਂ ਵੀ ਕਾਸਟ ਹੈਗੀਆਂ ਉਹਨਾਂ ਦੀ ਗਿਣਤੀ ਹੋਈ ਸੀਗੀ। ਔਰ ਉਹਦੇ ਮੁਤਾਬਕ ਜਿਹੜੀਆਂ OBC ਹੈਗੀਆਂ, ਉਧਰ ਬੈਕਵਰਡ ਕਲਾਸਿਸ ਹੈਗੀਆਂ ਜਾਂ ਪਛੜੀਆਂ ਜਾਤਾਂ ਹੈਗੀਆਂ, ਉਹਨਾਂ ਦੀ ਗਿਣਤੀ ਜਿਹੜੀ ਸੀ ਉਹ 52% ਸੀ। ਬਿਲਕੁਲ ਹਾਂਜੀ। 1931 ਤੋਂ ਬਾਅਦ ਫਿਰ 1941 ਦੇ ਵਿੱਚ ਹੋਣੀ ਸੀਗੀ। ਉਦੋਂ ਕਰਕੇ ਵਰਲਡ ਵਾਰ 2 ਚੱਲ ਰਹੀ ਸੀ, ਇਸ ਕਰਕੇ ਫਿਰ ਉਹ ਨਹੀਂ ਕਰਵਾਈ ਜਾ ਸਕੀ। ਤੇ ਫਿਰ 1951 ਦੇ ਵਿੱਚ ਜਦੋਂ ਹੋਈ ਆਜ਼ਾਦੀ ਤੋਂ ਬਾਅਦ, ਉਹ ਫਿਰ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਹੋਈ, ਭਾਰਤ ਆਜ਼ਾਦ ਹੋ ਗਿਆ। 1951 ਦੇ ਵਿੱਚ ਮਰਦਮਸ਼ੁਮਾਰੀ ਹੋਈ ਔਰ ਉਹਦੇ ਵਿੱਚ ਸ਼ਡਿਊਲਡ ਕਾਸਟ ਔਰ ਸ਼ਡਿਊਲਡ ਟ੍ਰਾਈਬਸ ਦੀ ਤਾਂ ਗਿਣਤੀ ਹੋਈ, ਉਹਨਾਂ ਦੀ ਜਾਤਾਂ ਦੀ ਗਿਣਤੀ ਹੋਈ, ਉਹਨਾਂ ਦੀ ਪਤਾ ਕਿੰਨੇ % ਹੈਗੀ ਆ ਔਰ ਉਹਨਾਂ ਦੀ ਕੀ ਪੋਜੀਸ਼ਨ ਹੈਗੀ ਆ। ਪਰ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਆ ਉਹਨਾਂ ਦੀ ਜਿਹੜੀ ਮਰਦਮਸ਼ੁਮਾਰੀ ਉਹ ਨਹੀਂ ਹੋਈ ਹਾਂਜੀ। ਇੱਕ ਸਾਜ਼ਿਸ਼ ਦੇ ਅਧੀਨ ਬਿਲਕੁਲ। ਔਰ ਉਹਨਾਂ ਨੂੰ ਗਿਣਤੀ ਨਾ ਕਰਕੇ ਸਿਰਫ ਉਹਨਾਂ ਨੂੰ ਹਿੰਦੂਆਂ ਦੇ ਵਿੱਚ ਕਾਊਂਟ ਕਰ ਲਿਆ ਗਿਆ। ਬਿਲਕੁਲ ਕਿ ਜਿੰਨੇ ਵੀ ਇਹ ਲੋਕ ਆ ਇਹ ਹਿੰਦੂ ਆ, ਹਿੰਦੂਇਜ਼ਮ ਦਾ ਹਿੱਸਾ ਆ। ਔਰ ਇਸੇ ਕਰਕੇ ਜਦੋਂ ਕਹਿੰਦੇ ਨਾ 80% ਹਿੰਦੂ ਆ ਭਾਰਤ ਦੇ ਵਿੱਚ, ਹਾਂਜੀ ਆਪਣੀ ਮੈਜੋਰਿਟੀ ਬਣਾਦੇ ਆ, ਉਦੋਂ ਕਹਿੰਦੇ ਕਿ ਅਸੀਂ ਹਿੰਦੂ ਆ। ਹੁਣ ਜਦੋਂ ਰਿਜ਼ਰਵੇਸ਼ਨ ਦੇਣ ਦੀ ਗੱਲ ਹੁੰਦੀ ਹੈਗੀ ਆ ਫਿਰ ਉਹ ਕਹਿੰਦੇ ਨੋ ਯੂ ਆਰ ਨਾਟ ਹਿੰਦੂ, ਉਦੋਂ ਨਹੀਂ ਦੇਣੇ ਹੈਗੇ। ਜੇ ਮੰਦਰਾਂ ਵਿੱਚ ਪੁਜਾਰੀ ਰੱਖਣ ਦੀ ਲੋੜ ਆ ਉਦੋਂ ਨਹੀਂ ਦੇਣੀ ਹੈਗੀ। ਜੇ ਤਰੱਕੀਆਂ ਵਿੱਚ ਹੈਗੀ ਆ, ਨੌਕਰੀਆਂ ਦੇ ਵਿੱਚ ਹੈਗੀ ਆ, ਨਾ ਉਦੋਂ ਨਹੀਂ। ਉਦੋਂ ਜਿਹੜੇ ਹਾਈ ਕਾਸਟ ਜਿਹੜੇ ਸਵਰਨ ਹੈਗੇ ਆ ਉਹਨਾਂ ਨੂੰ ਜਿਹੜੇ ਹੈਗੀ ਆ ਸਾਰੀਆਂ ਫੈਸਿਲਿਟੀਜ਼ ਉਹਨਾਂ ਨੂੰ ਮਿਲਦੀਆਂ ਆ, ਨਾ ਕਿ ਹੁਣ ਦੇਖੋ ਜਿਹੜਾ ਜਨਗਣਨਾ ਦਾ ਵਿਰੋਧ ਕੌਣ ਕਰਦੇ ਆ, ਜਿਹੜੇ ਸਵਰਨ ਹੈਗੇ ਆ, ਬ੍ਰਾਹਮਣ, ਕਸ਼ਤਰੀ, ਵੈਸ਼। ਕੋਈ ਜਿਹੜਾ ਬੁੱਧਿਸਟ ਨਹੀਂ ਇਹਦੇ ਵਿਰੋਧ ਕਰਦਾ, ਕੋਈ ਸਿੱਖ ਨਹੀਂ ਵਿਰੋਧ ਕਰਦਾ, ਕੋਈ ਮੁਸਲਮਾਨ ਨਹੀਂ ਵਿਰੋਧ ਕਰਦਾ, ਕੋਈ ਕ੍ਰਿਸਚਨ ਨਹੀਂ ਵਿਰੋਧ ਕਰਦੇ। ਵਿਰੋਧ ਕੌਣ ਕਰਦੇ ਆ? ਜਿਹੜੇ ਸਾਨੂੰ ਕਹਿੰਦੇ ਕਿ ਤੁਸੀਂ ਹਿੰਦੂ ਆ। ਔਰ ਜਿਹੜੇ ਬੈਕਵਰਡ ਕਲਾਸਿਸ ਜਿਨ੍ਹਾਂ ਦਾ ਵਿਰੋਧ ਹੁਣ ਕਰ ਰਹੇ ਆ ਉਹ ਵੀ ਆਪਣੇ ਆਪ ਨੂੰ ਹਿੰਦੂ ਮੰਨਦੇ ਆ। ਕਦੀ ਕਾਵੜ ਢੋਂਦੇ ਆ, ਕਦੀ ਮਸਜਿਦ ਢੋਣ ਜਾਂਦੇ ਆ। ਉਹ ਮਤਲਬ ਉਹਨਾਂ ਲਈ ਆਪਣੀ ਗਿਣਤੀ ਜਿਹੜੀ ਹੈਗੀ ਆ, ਮਤਲਬ ਉਹ ਤਾਂ ਅਗਿਆਨਤਾ ਵਸ ਹੈਗੇ ਕਰਦੇ। ਜਿਹੜਾ ਹੁਣ ਉਹਨਾਂ ਦਾ ਪੜ੍ਹਿਆ ਲਿਖਿਆ ਵਰਗ ਹੈਗਾ, ਪ੍ਰੋਫੈਸਰ ਹੈਗੇ ਆ, ਵਕੀਲ ਹੈਗੇ ਆ, ਉਸ ਟਾਈਪ ਦੇ, ਉਹ ਬਹੁਤ ਸਜੇ ਆ ਔਰ ਉਸ ਮੂਵਮੈਂਟ ਲਈ ਬਹੁਤ ਕੰਮ ਕਰ ਰਹੇ ਆ। ਹੁਣ ਆ ਜਿਹੜਾ ਜਨਗਣਨਾ ਦੇ ਵਿਸ਼ੇ ਦੇ ਵਿੱਚ ਉਹ ਕਾਫੀ ਲਾਮਬੰਦ ਹੋ ਕੇ ਕੰਮ ਕਰਦੇ ਹੈਗੇ ਆ ਤੇ ਕਾਫੀ ਲੋਕਾਂ ਦੇ ਵਿੱਚ ਅਸਰ। ਔਰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹ ਜਿਹੜੇ ਬੈਕਵਰਡ ਕਲਾਸਿਸ ਹੈਗੀਆਂ ਆ ਇਹ ਵੀ ਸਮਝਣਗੇ। ਹਾਲਾਂਕਿ ਜਿਹੜੇ ਸ਼ਡਿਊਲਡ ਕਾਸਟ ਔਰ ਸ਼ਡਿਊਲਡ ਟ੍ਰਾਈਬਸ ਹੈਗੇ ਆ ਉਹ ਆਪਣੀ ਰਿਜ਼ਰਵੇਸ਼ਨ ਨੂੰ ਲੈ ਕੇ, ਆਪਣੀਆਂ ਜੋਬਾਂ ਨੂੰ ਲੈ ਕੇ ਪਛੜੀਆਂ ਸ਼੍ਰੇਣੀਆਂ ਨਾਲੋਂ ਜ਼ਿਆਦਾ ਸਜ ਗਿਆ, ਜ਼ਿਆਦਾ ਜਾਗਰਤ ਆ, ਸੁਚੇਤ ਆ।
ਪਰ ਬੈਕਵਰਡ ਕਲਾਸ ਜਿਹੜੀ ਕਿ ਇੱਕ ਬਹੁਤ ਵੱਡੀ ਗਿਣਤੀ ਹੈਗੀ ਆ, ਮੋਰ ਦੈਨ 50% ਜਿਹਨਾਂ ਦੀ ਪਾਪੂਲੇਸ਼ਨ ਆ ਜੀ, ਉਹਨਾਂ ਦੇ ਮਤਲਬ ਉਹਨਾਂ ਨੂੰ ਜਿਹੜੇ ਹੱਕ ਮਿਲਣੇ ਚਾਹੀਦੇ ਉਹ ਮਿਲੇ ਨਹੀਂ ਹੈ ਜੀ। ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ, ਜੇ ਤੁਸੀਂ ਅਲਾਓ ਕਰੋ ਤਾਂ। ਹਾਂਜੀ ਹਾਂਜੀ। ਆਪਾਂ ਇਤਿਹਾਸ ਵਿੱਚ ਦੇਖਦੇ ਹਾਂ ਕਿ ਜਦੋਂ ਕੋਈ ਮੰਤਰ ਸੁਣ ਲੈਂਦਾ ਸੀ, ਕੋਈ ਬ੍ਰਾਹਮਣ ਜੇ ਮੰਤਰ ਉਚਾਰਨ ਕਰ ਰਿਹਾ ਤੇ ਉਹ ਸੁਣ ਲੈਂਦਾ ਸੀ ਤਾਂ ਉਹਦੇ ਕੰਨਾਂ 'ਚ ਸਿੱਕਾ ਪਾ ਦਿੰਦੇ ਸੀ ਜੀ ਜੀ। ਜੇ ਕੋਈ ਉਚਾਰਨ ਕਰਦਾ ਸੀ ਤਾਂ ਉਹਦੇ ਜਿਹੜੀ ਜੀਭ ਵੱਢ ਦਿੱਤੀ ਜਾਂਦੀ ਸੀ। ਜਿਹੜੀਆਂ ਆਪਣੇ ਪਛੜੀਆਂ ਸ਼੍ਰੇਣੀਆਂ ਹੈ ਨਾ ਜੀ ਜੀ, ਇਹਨਾਂ ਨੂੰ ਇਸ ਦੀ ਗੱਲ ਸਮਝਣੀ ਚਾਹੀਦੀ ਆ। ਆਪਣੇ ਸਮਾਜ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਐਕਚੁਅਲੀ ਇਤਿਹਾਸ ਕੀ ਸੀ, ਕਿ ਜਿਹੜੇ ਅਛੂਤ ਲੋਕ ਸੀ ਉਹ ਪਿੰਡਾਂ 'ਚੋਂ ਬਾਹਰ ਰਹਿੰਦੇ ਸੀ ਜੀ ਜੀ। ਜਦੋਂ ਪਿੰਡ 'ਚ ਜਾਂ ਸ਼ਹਿਰ 'ਚ ਕਿਤੇ ਆਉਣਾ ਸੀ ਤਾਂ ਉਹਨੂੰ ਪਿੱਛੇ ਛਾਪਾ ਬੰਨਣਾ ਪੈਂਦਾ ਸੀ, ਗਲ ਵਿੱਚ ਉਹਨਾਂ ਦੇ ਕੁੱਜਾ ਬੰਨਣਾ ਪੈਂਦਾ ਵੀ ਜੇ ਥੁੱਕ ਵੀ ਆਵੇ ਤੇ ਉਹਦੇ ਉੱਤੇ ਹੀ ਮਤਲਬ ਕਰ ਲੈਣ। ਔਰ ਜਿਹੜਾ ਮੱਥੇ ਦੇ ਉੱਤੇ ਵੀ ਸਿਰ ਦੇ ਉੱਤੇ ਕੱਪੜਾ ਬੰਨਣਾ ਪੈਂਦਾ, ਪਸੀਨਾ ਵੀ ਧਰਤੀ 'ਤੇ ਨਾ ਡਿੱਗੇ। ਕਿਸੇ ਬ੍ਰਾਹਮਣ ਦਾ ਪੈਰ ਉੱਤੇ ਆ ਗਿਆ ਤੇ ਉਹ ਅਨਰਥ ਹੋ ਜਾਊਗਾ, ਪੈਠ ਹੋ ਜਾਊਗਾ। ਫਿਰ ਉਹ ਜਿਹੜਾ ਕੰਨਾਂ 'ਚ ਸਿੱਕਾ ਪੈਂਦਾ ਸੀ ਜਾਂ ਜੀਭਾਂ ਜਿਹੜੀਆਂ ਕੱਟਦੇ ਸੀ ਉਹ ਕਿਹਨਾਂ ਦੀਆਂ ਸੀ? ਅਸੀਂ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਇਹੀ ਕਾਮਾ ਵਰਗ ਸੀ ਜੀ ਜੀ, ਇਹੀ ਕੰਮ ਕਰਦੇ ਸੀ। ਇਹ ਉਹਨਾਂ ਦੇ ਖੇਤਾਂ 'ਚ ਵੀ ਕੰਮ ਕਰਦੇ ਸੀ, ਇਹੀ ਉਹਨਾਂ ਦੇ ਘਰਾਂ 'ਚ ਵੀ ਕੰਮ ਕਰਦੇ ਸੀ, ਇਹੀ ਪੂਰਾ ਜਿੰਨਾ ਕੰਮ ਕਰਦੇ ਸੀ। ਸੋ ਇਹਨਾਂ ਕੋਲ ਹੀ ਚਾਂਸ ਸੀ ਕਿ ਮੰਤਰ ਸੁਣਨ ਦਾ। ਬਿਲਕੁਲ ਇਹਨਾਂ ਦੇ ਕੰਨ 'ਚ ਹੀ ਆਵਾਜ਼ ਪੈਂਦੀ ਸੀ। ਜਦੋਂ ਇਹ ਸੁਣਦੇ ਸੀ, ਜੇ ਕੰਨ ਲਾ ਕੇ ਸੁਣਨ ਲੱਗ ਪੈਂਦੇ ਤਾਂ ਇਹਨਾਂ ਦੇ ਕੰਨ ਸਿੱਕਾ ਪਾਇਆ ਜਾਂਦਾ ਸੀ। ਜਦੋਂ ਕਦੇ ਉਚਾਰਨ ਕਰ ਲੈਂਦੇ ਕਿ ਸੁਣ ਲਿਆ, ਉੱਦਾਂ ਤਾਂ ਮੁੜ ਕੇ ਗੁਣਗੁਣਾਉਣ ਲੱਗ ਪਏ, ਉਚਾਰਨ ਕਰਨ ਲੱਗ ਪਏ ਜਾਂ ਉਹ ਜਿਹਾ ਉਪਦੇਸ਼ ਕਰਨ ਲੱਗ ਪਏ ਤਾਂ ਇਹਨਾਂ ਦੀ ਜੀਭ ਕੱਟ ਦਿੱਤੀ ਜਾਂਦੀ ਹੈ। ਆਪਾਂ ਨੂੰ ਪਤਾ ਸ਼ੰਭੂਕ ਰਿਸ਼ੀ ਦਾ ਜਦੋਂ ਵਧ ਕਰ ਦਿੱਤਾ ਸੀਗਾ, ਫੋਰ ਐਗਜ਼ਾਮਪਲ। ਸੋ ਇੱਦਾਂ ਦੀ ਗੱਲ ਹੈਗੀ। ਤੇ ਅੱਜ ਦੇ ਜ਼ਮਾਨੇ 'ਚ ਇਹ ਖੁਦ ਵੀ ਸਮਝਦੇ ਕਿ ਅਸੀਂ ਹਿੰਦੂ ਹੀ ਹਾਂ, ਪਰ ਜਿਹੜੇ ਸਜਗ ਲੋਕ ਆ ਉਹਨਾਂ ਨੂੰ ਪਤਾ ਕਿ ਅਸੀਂ ਹਿੰਦੂ ਨਹੀਂ ਹੈ। ਤੇ ਜਿਹੜੇ ਹੁਣ ਜਿੱਦਾਂ ਆਪਣੇ ਸਟੂਟ ਟ੍ਰਾਈਬਸ ਹੈਗੇ ਆ, ਆਦੀਵਾਸੀ ਜਿਹੜੇ ਉਹ ਹੈਗੇ ਆ, ਉਹ ਕਹਿੰਦੇ ਉਹਨੇ ਤਾਂ ਐਲਾਨ ਹੀ ਕਰ ਦਿੱਤਾ। ਉਹ ਕਹਿੰਦੇ ਅਸੀਂ ਹਿੰਦੂ ਨਹੀਂ ਆ, ਸਾਡਾ ਆਪਣਾ ਕਲਚਰ ਆ, ਸਾਡਾ ਆਪਣਾ ਹੈਗਾ, ਸਾਨੂੰ ਆਪਣੀ ਗਿਣਤੀ ਸਾਡੀ ਜੁਦੀ ਹੋਣੀ ਚਾਹੀਦੀ ਹੈ, ਹਿੰਦੂ ਵਿੱਚ ਸਾਡੀ ਗਿਣਤੀ ਨਹੀਂ ਹੋਣੀ ਚਾਹੀਦੀ। ਬਿਲਕੁਲ। ਔਰ ਜਿਹੜੀ ਅਛੂਤਾਂ ਦੀ ਗਿਣਤੀ ਹੈਗੀ ਆ, ਸ਼ਡਿਊਲਡ ਕਾਸਟਾਂ ਦੀ ਗਿਣਤੀ ਹੈਗੀ ਆ, ਉਹ 1932 ਵਿੱਚ ਜਦੋਂ ਆਪਣੇ ਕਮਿਊਨਲ ਅਵਾਰਡ ਮਿਲਿਆ ਜੀ, ਉਹ ਇਸੇ ਆਧਾਰ 'ਤੇ ਮਿਲਿਆ ਸੀਗਾ ਕਿ ਇਹ ਜਿਹੜੇ ਸ਼ਡਿਊਲਡ ਕਾਸਟ ਹੈਗੇ ਆ ਇਹ ਅਲੱਗ ਮਾਈਨੋਰਿਟੀ ਕਮਿਊਨਿਟੀ ਆ, ਇੱਕ ਘੱਟ ਗਿਣਤੀ ਆ। ਬਿਲਕੁਲ। ਜਿਹੜੀਆਂ ਮਤਲਬ ਫੈਸਿਲਿਟੀਜ਼ ਇੱਕ ਘੱਟ ਗਿਣਤੀ ਨੂੰ ਮਿਲਣੀਆਂ ਚਾਹੀਦੀਆਂ ਸੀ ਉਹਨੂੰ ਮਿਲਣੀਆਂ ਚਾਹੀਦੀਆਂ, ਮਤਲਬ ਇਹ ਹਿੰਦੂਇਜ਼ਮ ਦਾ ਹਿੱਸਾ ਨਹੀਂ ਹੈ। ਬਿਲਕੁਲ। ਜਿਹੜੀਆਂ ਮੁਸਲਮਾਨਾਂ ਨੂੰ, ਜਿਹੜੀਆਂ ਸਿੱਖਾਂ ਨੂੰ, ਮਤਲਬ ਜਿਹੜੀਆਂ ਕ੍ਰਿਸਚਨਾਂ ਨੂੰ ਜਿਹੜੀਆਂ ਸੀਟਾਂ ਜੇ ਇਸ ਤਰੀਕੇ ਨਾਲ ਮਿਲਦੀਆਂ, ਉਸ ਤਰੀਕੇ ਨਾਲ ਅਛੂਤਾਂ ਨੂੰ ਵੀ ਮਿਲਣੀਆਂ ਚਾਹੀਦੀਆਂ। ਬਿਲਕੁਲ। ਔਰ ਉਹ ਮਿਲੀਆਂ। ਔਰ ਉਸ ਸਮੇਂ ਬਾਬਾ ਸਾਹਿਬ ਨੇ ਮਤਲਬ ਇਹਨਾਂ ਨੂੰ ਵੀ ਕਿਹਾ ਸੀਗਾ, ਜਿਹੜੇ ਉਸ ਵੇਲੇ ਪਛੜੀਆਂ ਸ਼੍ਰੇਣੀਆਂ ਦੇ OBC ਦੇ ਲੀਡਰ ਸੀਗੇ, ਇਹਨਾਂ ਨੂੰ ਕਿਹਾ ਵੀ ਤੁਸੀਂ ਵੀ ਡਿਮਾਂਡ ਕਰੋ। ਜੇ ਇਹਨਾਂ ਨੇ ਉਦੋਂ ਡਿਮਾਂਡ ਕੀਤੀ ਹੁੰਦੀ ਕਿ ਅਸੀਂ ਹਿੰਦੂਇਜ਼ਮ ਦਾ ਹਿੱਸਾ ਨਹੀਂ ਹੈ, ਸਾਨੂੰ ਵੀ ਅਲੱਗ ਜਿਹੜੀ ਹੈਗੀ ਮਾਈਨੋਰਿਟੀ ਕਮਿਊਨਿਟੀ ਵਾਂਗੂ ਮੰਨਣਾ ਚਾਹੀਦਾ, ਉਹ ਸਾਡੇ ਅਲੱਗ ਖੇਤਰ ਹੋਣੇ ਚਾਹੀਦੇ, ਸਾਨੂੰ ਅਲੱਗ ਸੀਟਾਂ ਮਿਲਣੀਆਂ ਚਾਹੀਦੀਆਂ, ਤੇ ਉਦੋਂ ਫਿਰ ਉਹ ਪਿਕਚਰ ਜਿਹੜੀ ਹੋਰ ਹੀ ਹੋਣੀ ਸੀ। ਬਿਲਕੁਲ ਬਿਲਕੁਲ। ਫਿਰ ਨਾ ਗਾਂਧੀ ਜੀ ਜਿਹੜੇ ਹੈਗੇ ਉਹ ਬਾਬਾ ਸਾਹਿਬ 'ਤੇ ਦਬਾਅ ਬਣਾ ਸਕਦੇ ਸੀ, ਤੇ ਨਾਲੇ ਜਿਹੜੀ ਹੁਣ ਦੀ ਤਸਵੀਰ ਅਲੱਗ ਹੋਣੀ ਸੀ। ਬਿਲਕੁਲ। ਹੁਣ ਤੱਕ ਸਰਕਾਰ ਜਿਹੜੀ ਹੋਣੀ ਸੀਗੀ ਉਹ ਬਹੁਜਨ ਸਮਾਜ ਵਾਲਿਆਂ ਦੀ ਹੋਣੀ, ਸਮਾਜ ਦੀ ਹੋਣੀ ਸੀਗੀ। ਸੋ ਇਟਸ ਵੈਰੀ ਗੁੱਡ ਤੁਸੀਂ ਜਿਹੜਾ ਲਿਆਂਦਾ ਹੈਗਾ। ਹਾਂਜੀ, ਥੈਂਕ ਯੂ ਵੈਰੀ ਨਾਈਸਲੀ, ਬਹੁਤ ਡਿਟੇਲ ਦੇ ਵਿੱਚ। ਔਰ ਥੋੜ੍ਹੀ ਜਿਹੀ ਬੈਕਗਰਾਊਂਡ ਇਹ ਹੈਗੀ, ਤੁਸੀਂ ਵੀ ਇਹ ਦਿੱਤੀ ਹੈ ਹਿਸਟੋਰੀਕਲੀ, ਭਈ ਕਦੋਂ ਮਰਦਸ਼ੁਮਾਰੀ ਸ਼ੁਰੂ ਹੋਈ ਔਰ ਅਸੀਂ ਕਿੱਥੇ ਪਹੁੰਚੇ। ਪਰ ਆਜ਼ਾਦੀ ਤੋਂ ਬਾਅਦ ਪਿਆਰੇ ਦਰਸ਼ਕੋ ਹਮੇਸ਼ਾ ਹੀ ਇਹ ਰੌਲਾ ਪੈਂਦਾ ਰਿਹਾ ਕਿ OBC ਦੀ ਜਿਹੜੀ ਗਿਣਤੀ ਹੈਗੀ ਆ 1931 ਦੀ ਮਰਦਸ਼ੁਮਾਰੀ ਜਿਹੜੀ ਆ ਉਹਦੇ ਮੁਤਾਬਕ ਉਹ ਗਿਣਤੀ ਮਿਣਤੀ ਕਰਦੇ ਸੀਗੇ ਜੀ। ਔਰ ਇਹਨਾਂ ਨੇ 52 'ਚ ਵੀ ਨਹੀਂ ਕੀਤੀ, 51 'ਚ ਵੀ ਨਹੀਂ ਕੀਤੀ, ਉਸ ਤੋਂ ਬਾਅਦ ਅੱਜ ਤੱਕ ਕੀਤੀ ਨਹੀਂ। ਔਰ ਅਖੀਰ ਇਹ ਆ ਕਿ ਡਿਮਾਂਡ ਹੁੰਦੀ ਰਹੀ, ਅਪੋਜੀਸ਼ਨ ਪਾਰਟੀਆਂ ਡਿਮਾਂਡ ਕਰਦੀਆਂ ਰਹੀਆਂ। ਔਰ 1979 ਦੇ ਵਿੱਚ ਮੁਰਾਰਜੀ ਦੇਸਾਈ ਦੀ ਗੌਰਮੈਂਟ ਸੀਗੀ, ਔਰ ਉਸ ਟਾਈਮ 'ਤੇ ਮੁਰਾਰਜੀ ਦੇਸਾਈ ਨੇ ਐਕਸੈਪਟ ਕੀਤਾ, ਕਿਉਂਕਿ ਉਹ ਸਾਂਝੀ ਗੌਰਮੈਂਟ ਸੀਗੀ, ਇਕੱਲੀ ਉਹਨਾਂ ਦੀ ਮੈਜੋਰਟੀ ਨਹੀਂ ਸੀ। ਔਰ ਬੜੇ ਬੈਲੈਂਸ ਜਿਹੇ ਦੇ ਨਾਲ ਉਹ ਗੌਰਮੈਂਟ ਬਣਾਈ ਸੀ, ਕੋਈ 15-18 ਮਹੀਨੇ। ਔਰ ਉਹਨੇ ਇੱਕ ਕਮਿਸ਼ਨ ਜਿਹੜਾ BP ਮੰਡਲ ਸੀਗਾ, ਇੱਕ MP ਸੀਗਾ, ਉਹਦੀ ਜਿਹੜੀ ਆ ਪ੍ਰਧਾਨਗੀ ਹੇਠ
ਇੱਕ ਤਾਂ ਹੀ ਉਹਨੂੰ ਮੰਡਲ ਰਿਪੋਰਟ ਕਹਿੰਦੇ ਆ ਜਾਂ ਮੰਡਲ ਕਮਿਸ਼ਨ ਦੀ ਰਿਪੋਰਟ ਕਹਿੰਦੇ ਆ। ਉਹਨਾਂ ਨੇ ਇੱਕ ਮੰਡਲ ਕਮਿਸ਼ਨ ਜਿਹੜਾ ਉਹ ਉਹਨਾਂ ਨੇ ਸੈਟਅਪ ਕੀਤਾ। ਥੋੜਾ ਪਿਛੋਕੜ ਹੋਰ ਵੀ ਹੈਗਾ ਇਫ ਯੂ ਅਲਾਓ ਮੀ। ਹਾਂਜੀ ਹਾਂਜੀ ਉਸ ਮੈਂ ਐਡ ਕਰ ਸਕਦਾ ਕਰਕੇ ਐਕਚੁਅਲੀ ਜਿਹੜਾ ਸੀਗਾ ਜਦੋਂ ਆਪਣੇ ਸੰਵਿਧਾਨ ਬਣਾਇਆ ਨਾ ਜੀ ਜੀ, ਤੇ ਬਾਬਾ ਸਾਹਿਬ ਨੇ ਇਹ ਕਿਹਾ ਸੀਗਾ ਵੀ ਜਿਹੜਾ ਇੱਕ ਪਿਛੜਾ ਵਰਗ ਆਯੋਗ ਉਹ ਬਣਨਾ ਚਾਹੀਦਾ ਕਿ ਜਿਹਦਾ ਕੰਮ ਇਹ ਹੋਊਗਾ ਕਿ ਉਹ ਇਹ ਪਤਾ ਕਰੇ ਕਿ ਪਿਛੜੇ ਵਰਗ ਵਿੱਚ ਕਿੰਨੀਆਂ ਜਾਤਾਂ, ਉਹਨਾਂ ਦੀ ਕਿੰਨੀ ਪਾਪੂਲੇਸ਼ਨ ਹੈਗੀ ਆ। ਤੇ ਪਰ ਉਹ ਫਿਰ ਮੰਨੇ ਤਾਂ ਹੈਗੇ, ਪਰ ਉਹਨਾਂ ਨੇ ਜਦੋਂ ਕਨਸਟੀਟਿਊਸ਼ਨ ਵੀ ਬਣ ਗਿਆ ਉਹ ਜਿਹੜਾ ਹੈਗਾ ਆਪਣੇ ਆਰਟੀਕਲ 340 ਵਿੱਚ 340 ਆਰਟੀਕਲ ਦੇ ਵਿੱਚ ਇਹ ਲਿਖਿਆ ਹੈ ਕਿ ਇੱਕ ਜਿਹੜੀ ਗੌਰਮੈਂਟ ਹੈਗੀ ਆ ਪਿਛੜਾ ਵਰਗ ਆਯੋਗ ਬਣਾਊਗੀ ਔਰ ਪਿਛੜਾ ਵਰਗ ਆਯੋਗ ਬਣਾ ਕੇ ਪਤਾ ਕਰੂਗੀ ਕਿ ਜਿਹੜੇ ਪਛੜੇ ਜਾਤਾਂ ਹੈਗੀਆਂ ਉਹ ਕਿੰਨੀਆਂ ਹੈਗੀਆਂ, ਉਹਨਾਂ ਦੀ ਪਰਸੈਂਟੇਜ ਕੀ ਹੈ, ਉਹਨਾਂ ਦੀ ਪੋਜੀਸ਼ਨ ਕੀ ਹੈਗੀ ਆ ਇਸ ਤਰੀਕੇ ਨਾਲ ਵੀ ਕਿ ਆਰਥਿਕ ਤੌਰ 'ਤੇ ਕਿੱਥੇ ਆ, ਸਮਾਜਿਕ ਤੌਰ 'ਤੇ ਕਿੱਥੇ ਹੈਗੇ ਆ, ਉਹ ਸਾਰਾ ਪਤਾ ਕਰਨਗੇ। ਤੇ ਫਿਰ ਜਿਹੜਾ ਸੀਗਾ ਆਪਣੇ 26 ਜਨਵਰੀ 1953 ਨੂੰ ਜਵਾਹਰ ਲਾਲ ਨਹਿਰੂ ਜੀ ਉਸ ਵੇਲੇ ਪ੍ਰਧਾਨ ਮੰਤਰੀ ਸੀ, ਇਹਨਾਂ ਨੇ ਇੱਕ ਨਾ ਬਣਾਇਆ ਜਿਹੜਾ ਆਯੋਗ ਬਣਾਇਆ ਪਿਛੜਾ ਵਰਗ ਆਯੋਗ ਜਿਹੜਾ ਕਮਿਸ਼ਨ, ਉਹਦੇ ਹੈੱਡ ਸੀਗੇ ਕਾਕਾ ਕਾਲੇਲਕਰ। ਸ਼ਡਿਊਲ ਕਾ ਕਮਿਸ਼ਨ ਬਣਾਤਾ ਹੈ ਉਹਨੂੰ ਚੇਂਜ ਕਰਕੇ, ਪਰ ਇਹ ਸੈਪਰੇਟ ਸੀ। ਤੇ ਇਹ ਜਿਹੜਾ ਸੀਗਾ ਫਿਰ ਉਹਨਾਂ ਨੇ ਨਾ ਆਪਣਾ ਜਿਹੜਾ ਰਿਪੋਰਟ ਉਹਨਾਂ ਨੇ ਭੇਜੀ ਦਿੱਤੀ ਜਿਹੜੀ 30 ਮਾਰਚ 1955 ਨੂੰ। 55 ਨੂੰ ਹਾਂਜੀ, ਮਤਲਬ ਕਾਕਾ ਕਲੇਲਕਰ ਕਮਿਸ਼ਨ ਜਿਹੜਾ ਸੀ ਪਹਿਲਾ ਕਮਿਸ਼ਨ ਇਹ ਬਣਿਆ ਆਪਣੇ ਪਿਛੜੇ ਵਰਗ ਆਯੋਗ, ਮਤਲਬ ਜਿਹੜਾ ਉਹਦੇ ਵਾਸਤੇ ਉਹਦੀ ਸਾਰੀ ਪਤਾ ਉਹਨੇ ਆਪਣੀ ਰਿਪੋਰਟ ਦਿੱਤੀ ਹੈਗੀ ਆ 30 ਮਾਰਚ 1955 ਨੂੰ। ਪਰ ਕਾਂਗਰਸ ਨੇ ਕਦੀ ਵੀ ਉਹਨੂੰ ਲਾਗੂ ਨਹੀਂ ਕੀਤਾ। ਬਸ ਇਹੋ ਗੱਲ। ਫਿਰ ਜਦੋਂ ਮਹਾਰਾਜ ਜੀ ਦੇਸਾਈ ਆਏ ਆ ਫਿਰ ਉਹਨਾਂ ਨੇ ਇਹਨੂੰ ਛੱਡਿਆ ਵੀ ਉਹ ਤਾਂ ਬਹੁਤ ਹੋ ਗਈ ਪੁਰਾਣੀ ਤੇ ਹੁਣ ਨਵਾਂ ਆਯੋਗ ਸੈਟਅਪ ਕਰੋ ਜਿੱਥੋਂ ਤੁਸੀਂ। ਹਾਂਜੀ, ਥੈਂਕ ਯੂ ਵੈਰੀ ਮੱਚ ਫॉर दैट ਇਨਫੋਰਮੇਸ਼ਨ। ਪਿਆਰੇ ਦਰਸ਼ਕੋ, ਜਿਹੜਾ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ 79 ਤੋਂ ਉਹਨਾਂ ਨੇ ਸੈਟਅਪ ਕੀਤਾ, ਇਹ ਉਹ 83 ਦੇ ਵਿੱਚ ਆਊਟ ਹੋਈ ਔਰ ਕਿਸੇ ਵੀ ਪਾਰਟੀ ਨੇ, ਉਸ ਤੋਂ ਬਾਅਦ ਚਰਨ ਸਿੰਘ ਦੀ ਗਵਰਨਮੈਂਟ ਆਈ, ਉਹਨੇ ਵੀ ਉਹ ਤਾਂ ਕੁਛ ਮਹੀਨਿਆਂ ਲਈ ਸੀਗੀ। ਉਸ ਤੋਂ ਬਾਅਦ 84 ਦੇ ਵਿੱਚ ਇੰਦਰਾ ਗਾਂਧੀ ਦੀ ਗਵਰਨਮੈਂਟ ਆਉਂਦੀ ਆ, ਉਹਨਾਂ ਨੇ ਵੀ ਇਹ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਚੱਕ ਕੇ ਰੱਦੀ ਦੀ ਟੋਕਰੀ ਸੁੱਟ ਦਿੱਤੀ, ਕੋਈ ਐਕਸ਼ਨ ਨਹੀਂ ਲਿਆ। ਔਰ ਅਪੋਜੀਸ਼ਨ ਪਾਰਟੀਆਂ ਜਿਹੜੀਆਂ ਗਾਹੇ ਬਗਾਹੇ ਇਹ ਆ ਕੇ ਡਿਮਾਂਡ ਕਰਦੀਆਂ ਰਹੀਆਂ ਔਰ ਡਿਮਾਂਡ ਕਰਨ ਦੇ ਨਾਲ ਨਾਲ ਇਹ ਆ ਕਿ ਲੀਗਲ ਜਿਹੜੀ ਹੈਗੀ ਆ ਸਾਈਡ ਸੁਪਰੀਮ ਕੋਰਟ ਦੀ, ਉਹਨੂੰ ਵੀ ਗਾਹੇ ਬਗਾਹੇ ਉਹਨੂੰ ਉਹ ਹਿਲਜੁਲ ਕਰਦੇ ਰਿਹਾ, ਪਰ ਉਹਨੇ ਵੀ ਕੋਈ ਖਾਸ ਐਕਸ਼ਨ ਨਹੀਂ ਲਿਆ ਹੈਗਾ। ਬਹੁਤ ਦਫਾ ਇਹ ਆ ਕਿ ਜਿਹੜਾ ਹੈਗਾ ਸੁਪਰੀਮ ਕੋਰਟ ਆ ਉਹਦੀ ਵੀ ਦਖਲਅੰਦਾਜ਼ੀ ਹੋਈ ਆ, ਪਰ ਉਹ ਉਹਦਾ ਕੋਈ ਖਾਸ ਜਿਹੜਾ ਰਿਜ਼ਲਟ ਨਹੀਂ ਨਿਕਲਿਆ ਹੈਗਾ। ਅੱਛਾ, ਜਿਸਲੇ ਫਿਰ ਇਹ ਆ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਕਿਸੇ ਨੇ ਲਾਗੂ ਨਹੀਂ ਕੀਤੀ। BP ਸਿੰਘ ਜਿਹੜਾ ਉਹਦੀ ਜਿਹੜੀ ਗੌਰਮੈਂਟ ਆ 1990 ਦੇ ਵਿੱਚ ਆਈ ਔਰ ਉਹ ਇਹ ਸੀਗਾ ਕਿ ਜਿੰਨੇ ਵੀ ਉਹਦੇ ਪਾਰਟਨਰ ਸੀਗੇ, ਕਿਉਂਕਿ ਉਹ ਵੀ ਆਪਣੀ ਮੈਜੋਰਟੀ ਨਾਲ ਨਹੀਂ ਸੀ ਬਿਲਕੁਲ, ਔਰ ਉਹ ਨੈਸ਼ਨਲ ਜਿਹੜੀ ਸੀਗੀ ਇੱਕ ਗੌਰਮੈਂਟ ਬਣੀ ਸੀ ਔਰ ਜਿਹੜੇ ਵੀ ਉਹਦੇ ਵਿੱਚ ਹਿੱਸਾ ਗੌਰਮੈਂਟ ਦੇ ਵਿੱਚ ਹਿੱਸਾ ਲੈਣ ਲਈ ਐਗਰੀ ਹੋਏ ਸੀ, ਉਹਨਾਂ ਦੀ ਇਹ ਸ਼ਰਤ ਸੀਗੀ ਕਿ ਜਿਹੜੀ ਮੰਡਲ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਲਾਗੂ ਕੀਤਾ ਜਾਵੇ। ਉਹਦੇ ਵਿੱਚ ਨਾ ਬੜੇ ਇੰਟਰਸਟਿੰਗ ਬੰਦੇ ਸੀਗੇ, ਲਾਲੂ ਪ੍ਰਸਾਦ ਯਾਦਵ ਜੀ, ਮੁਲਾਇਮ ਸਿੰਘ ਯਾਦਵ, ਅਰਜਨ ਸਿੰਘ ਔਰ ਰਾਮ ਵਿਲਾਸ ਪਾਸਵਾਨ, ਬਿਲਕੁਲ ਔਰ ਜਿਹੜੀ ਬਹੁਜਨ ਸਮਾਜ ਪਾਰਟੀ, ਐਕਚੁਅਲੀ ਉਹਨਾਂ ਨੇ ਇੱਕ ਕੰਡੀਸ਼ਨ ਰੱਖੀ ਸੀ ਕਿ ਅਸੀਂ ਤੁਹਾਡੀ ਗਵਰਨਮੈਂਟ 'ਚ ਨਹੀਂ ਹਿੱਸਾ ਲਵਾਂਗੇ ਪਰ ਅਸੀਂ ਬਾਹਰੋਂ ਤੁਹਾਨੂੰ ਸਪੋਰਟ ਕਰਾਂਗੇ। ਔਰ ਸਾਡੇ ਲਈ ਉਹਦੇ ਲਈ ਦੋ ਸ਼ਰਤਾਂ ਆ ਕਿ ਇੱਕ ਤਾਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਭੀਮ ਰਤਨ ਦਾ ਜਿਹੜਾ ਅਵਾਰਡ ਹੈਗਾ ਉਹ ਮਿਲਣਾ ਚਾਹੀਦਾ, ਜਿਹੜਾ ਕਿ ਕਾਂਗਰਸ ਨੇ ਅੱਜ ਤੱਕ ਦਿੱਤਾ ਨਹੀਂ ਸੀ। ਔਰ ਦੂਸਰਾ ਜਿਹੜਾ ਹੈਗਾ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਹੋਣੀ ਚਾਹੀਦੀ ਹੈ। ਮਤਲਬ ਹੁਣ ਦੇਖੋ ਜਿਹੜੇ ਬਾਕੀ ਵੀ ਸੀਗੇ ਕਰਕੇ, ਜਦੋਂ ਆਪਾਂ ਮੁਲਾਇਮ ਸਿੰਘ ਯਾਦਵ ਦੀ ਗੱਲ ਕਰਦੇ ਹਾਂ ਜਾਂ ਲਾਲੂ ਪ੍ਰਸਾਦ ਯਾਦਵ ਦੀ ਗੱਲ ਕਰਦੇ ਹਾਂ, ਰਾਮ ਵਿਲਾਸ ਪਾਸਵਾਨ ਹੋਣੀ ਸੀਗੇ, ਇਹ ਬਹੁਜਨ ਸਮਾਜ ਦੇ ਲੀਡਰ ਸੀ। ਬਿਲਕੁਲ। ਇਸ ਕਰਕੇ ਫਿਰ ਉਹਨੂੰ ਥੋੜਾ ਪ੍ਰੈਸ਼ਰ ਵੀ ਸੀਗਾ ਤੇ ਉਹ ਕਰਨਾ ਪਿਆ। ਔਰ ਪਰ ਜਦੋਂ ਉਹਨੇ ਕੀਤਾ ਤਾਂ ਉਹਨੇ ਫਿਰ ਆਪਣੇ ਹੋਸ਼ੋ-ਹਵਾਸ ਵਿੱਚ ਕੀਤਾ, ਕੋਈ ਅੰਡਰ ਪ੍ਰੈਸ਼ਰ ਨਹੀਂ ਹੋ ਗਿਆ, ਮੈਨੂੰ ਅੰਡਰ ਪ੍ਰੈਸ਼ਰ ਕਰਨਾ ਪਿਆ। ਹਾਂਜੀ, ਪਰ ਉਹਦੀ ਗਵਰਨਮੈਂਟ ਜਿਹੜੀ ਪਿਆਰੇ ਦਰਸ਼ਕੋ ਐਜੀਟੇਸ਼ਨ ਨੇਸ਼ਨ ਵਾਈਡ ਹੋ ਗਈ ਔਰ ਇਹ ਆ ਕਿ ਖਾਸ ਤੌਰ 'ਤੇ ਜਿਹੜੇ ਸਟੂਡੈਂਟ ਸੀਗੇ ਔਰ ਉਹ ਵੀ ਸਵਰਨ ਜਾਤੀ ਦੇ ਸਟੂਡੈਂਟ ਸੀਗੇ, ਉਹਨਾਂ ਨੇ ਕੁਛ ਇਹ ਆ ਕਿ ਮੌਤਾਂ ਵੀ ਹੋਈਆਂ।
ਵਧਾ ਚੜਾ ਕੇ ਬਹੁਤ ਦੱਸਿਆ ਗਿਆ ਕਿ 60 ਤੋਂ ਉੱਤੇ ਮੌਤਾਂ ਹੋ ਗਈਆਂ, ਪਰ ਇੰਨੀਆਂ ਨਹੀਂ ਹੋਈਆਂ ਸੀਗੀਆਂ। ਔਰ ਉਸ ਐਜੀਟੇਸ਼ਨ ਦੇ ਪ੍ਰੈਸ਼ਰ ਥੱਲੇ ਆ ਕੇ ਇਹ ਆ ਕਿ ਜਿਹੜੇ ਕਈ ਹੋਰ ਹਿੱਸੇਦਾਰ ਸੀਗੇ ਗੌਰਮੈਂਟ ਦੇ ਵਿੱਚ, ਉਹਨਾਂ ਨੇ ਉਹ ਲੱਤ ਖਿੱਚਣੀ ਸ਼ੁਰੂ ਕਰ ਦਿੱਤੀ। ਤੁਹਾਨੂੰ ਪਤਾ ਕਿ ਜਿਸ ਲਈ ਇੱਥੇ BP ਸਿੰਘ ਆਏ ਆ, ਤੁਸੀਂ ਵੀ ਮਿਲੇ ਆ, ਮੈਂ ਵੀ ਮਿਲਿਆ, ਔਰ ਪਾਸਵਾਨ ਹੁਣੀ ਵੀ ਇੱਥੇ ਆਏ ਆ, ਹੈ ਜੀ। ਔਰ ਉਹਨਾਂ ਨੇ ਮੇਰਾ ਖਿਆਲ ਤਕਰੀਬਨ 5-6 ਕਾਨਫਰੰਸਾਂ ਇੱਥੇ ਕੀਤੀਆਂ ਹੈ ਜੀ, ਵੁਲਵਰਹੈਂਪਟਨ, ਬਰਮਿੰਘਮ, ਲੰਡਨ। ਔਰ ਉਹਨਾਂ ਨੇ ਆਪਣਾ ਜਿਹੜਾ ਪੱਖ ਸੀਗਾ ਉਹ ਰੱਖਿਆ ਭਈ ਅਸੀਂ ਗੌਰਮੈਂਟ ਦੇ ਥਰੂ ਜੋ ਕੁਝ ਕਰਨਾ ਚਾਹੁੰਦੇ ਸੀ ਸਾਨੂੰ ਕਰ ਨਹੀਂ ਦਿੱਤਾ ਗਿਆ, ਔਰ ਸਾਡੀ ਲੱਤਵਾਂ ਖਿੱਚੀ ਗਈ। ਸੋ ਪਿਆਰੇ ਦਰਸ਼ਕੋ, ਉਸ ਤੋਂ ਬਾਅਦ ਇਹ ਆ ਕਿ ਚਲੋ ਅਸੀਂ ਲੰਮੀ ਹਿਸਟਰੀ ਆ, ਉਸ ਤੋਂ ਬਾਅਦ ਅਸੀਂ ਮੌਜੂਦਾ ਹੋਨੇ ਆ। ਮੌਜੂਦਾ ਇਹ ਸੀਗਾ ਕਿ ਜਿਸਲੇ BJP ਗੌਰਮੈਂਟ ਬਣੀ ਹੈਗੀ ਆ 2015 ਦੇ ਵਿੱਚ, ਔਰ 18 ਦੇ ਵਿੱਚ ਰਾਜਨਾਥ ਨੇ, ਜਿਹੜਾ ਕਿ ਹੋਮ ਸੈਕਟਰੀ ਸੀਗਾ, ਹੋਮ ਮਿਨਿਸਟਰ ਸੀਗਾ ਰਾਜਨਾਥ ਸਿੰਘ, ਉਹਨੇ ਖੁਦ ਇਹ ਇੱਕ ਕਮਿਟਮੈਂਟ ਦਿੱਤੀ ਸੀਗੀ ਕਿ ਜਦੋਂ ਅਸੀਂ ਮਤਲਬ ਸਾਡਾ ਟਾਈਮ ਲੱਗਾ, ਮੌਕਾ ਮਿਲਿਆ, ਤਾਂ ਅਸੀਂ ਬਿਲਕੁਲ ਜਿਹੜੀ ਆ ਕਾਸਟ ਬੇਸ ਜਿਹੜੀ ਹੈਗੀ ਆ ਮਰਦਸ਼ੁਮਾਰੀ ਕਰਾਵਾਂਗੇ। ਪਰ ਜਿਸਲੇ ਟਾਈਮ ਆਇਆ ਉਹਨੇ ਆਪਣੀ ਸਟੇਟਮੈਂਟ ਉਹਨੇ ਵੀ ਬਦਲ ਲਈ। ਔਰ ਹੋਇਆ ਕਿ ਪਿਆਰੇ ਦਰਸ਼ਕੋ ਕਿ ਉਹਨਾਂ ਨੂੰ ਇਹ ਪਤਾ ਆ ਕਿ ਇਹ ਪੋਲੀਟੀਕਲੀ ਡੈਮੇਜ ਹੋਣੀ ਆ, ਜਿਹਨੇ ਵੀ ਕਰਾਉਣੀ ਆ ਇਹ ਡੈਮੇਜ ਹੋਣੀ ਆ, ਹੈ ਜੀ। ਤੁਹਾਨੂੰ ਇਹਦੇ ਬਾਰੇ ਕੁਝ ਪਤਾ? ਇਸ ਤੋਂ ਪਹਿਲਾਂ, ਇਸ ਤੋਂ ਬਾਅਦ ਮੈਂ ਆਉਣਾ ਚਾਹੁੰਦਾ, ਕਿਉਂਕਿ ਜੋ ਪਾਰਲੀਮੈਂਟ ਦਾ ਸੈਸ਼ਨ ਹੈ, ਜੋ ਕੁਝ ਹੋਇਆ ਉੱਥੇ, ਉਹ ਵੀ ਦੱਸਣਾ ਚਾਹੁੰਦਾ। ਮੈਂ ਦੱਸਣਾ ਚਾਹੁੰਦਾ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ, ਇੱਕ ਸਟੋਰੀ ਜੀ ਹੈ ਨਿੱਕੀ ਜਿਹੀ ਜੀ ਤੇ ਕਰਕੇ ਹਾਥੀ ਇੱਕ ਬਹੁਤ ਵੱਡਾ ਜਾਨਵਰ ਆ। ਉਹ ਖਾਸ ਕਰਕੇ ਉਹ ਸਾਰਿਆਂ ਨੂੰ ਨਾ ਕਾਫੀ ਅਟਰੈਕਟ ਕਰਦਾ ਵੀ ਐਡਾ ਵੱਡਾ ਜਾਨਵਰ। ਪੰਜਾਬ 'ਚ ਬਾਹਲੇ ਹਾਥੀ ਤਾਂ ਆਉਂਦੇ ਨਹੀਂ ਸੀ, ਕਿਤੇ ਕਿਤੇ ਕੋਈ ਹਾਥੀ ਆਉਣਾ। ਤਾਂ ਇੱਕ ਉੱਥੇ ਕਹਿੰਦੇ ਹੁੰਦੇ ਵੀ ਹਾਥੀ ਨੂੰ ਕੰਟਰੋਲ ਕਿੱਦਾਂ ਕਰਦੇ ਆ। ਅਸੀਂ ਸੁਣਦੇ ਹੁੰਦੇ ਵੀ ਛੋਟੇ ਸੀ, ਬੱਚੇ ਸੀ, ਉਹ ਕਹਿੰਦੇ ਵੀ ਇਹਦੀਆਂ ਅੱਖਾਂ 'ਚ ਨੀਲਾ ਥੋਥਾ ਪਾਇਆ ਆ, ਨੀਲਾ ਥੋਥਾ ਪਾਇਆ, ਤੇ ਇਹਨੂੰ ਜਿਹੜੇ ਬੰਦੇ ਵੱਡੇ ਵੱਡੇ ਨਜ਼ਰ ਆਉਂਦੇ ਆ। ਅਸੀਂ ਤਾਂ ਬੜਾ ਅਜੀਬ ਜਿਹਾ ਲੱਗਦਾ ਸੀ, ਮੰਨਦੇ ਸੀ ਵੀ ਸੱਚ ਇੱਦਾਂ ਹੀ। ਹੁਣ ਮੈਨੂੰ ਇਹ ਲੱਗਦਾ ਕਿ ਜਿਹੜੀ OBC ਆ ਨਾ, ਅਦਰ ਬੈਕਵਰਡ ਕਲਾਸਿਸ ਜਿਹੜੀਆਂ ਹੈਗੀਆਂ, ਪਛੜੀਆਂ ਸ਼੍ਰੇਣੀਆਂ, ਇਹਨਾਂ ਦੀਆਂ ਅੱਖਾਂ 'ਚ ਅੱਜ ਤੱਕ ਨੀਲਾ ਥੋਥਾ ਪਾਇਆ ਸੀ, ਤੇ ਇਹਨਾਂ ਨੂੰ ਜਿਹੜਾ ਸਵਰਨ ਸਮਾਜ ਸੀ ਬਹੁਤ ਵੱਡਾ ਲੱਗਦਾ ਸੀ। ਬਿਲਕੁਲ। ਤੇ ਉਹ ਜਿਹੜਾ ਹੁਣ ਨੀਲਾ ਥੋਥਾ, ਮੇਰਾ ਖਿਆਲ ਉਹ ਨਿਕਲ ਗਿਆ ਆ। ਹੁਣ ਇਹਨਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਇਹ ਜਿਹੜਾ ਸਮਾਜ, ਬਹੁਜਨ ਸਮਾਜ ਤਾਂ ਅਸੀਂ ਆ, ਅਸੀਂ ਕਿ ਸਾਡੀ ਗਿਣਤੀ ਜਿਹੜੀ 52% ਆ। ਜੇ ਥੋੜਾ ਹੋਰ ਪਿੱਛੇ ਜਾਈਏ, ਜਾਤਾਂ ਪਾਤਾਂ ਬਣਨ ਤੋਂ ਪਹਿਲਾਂ, ਜਿਹੜੀ ਡਿਵੀਜ਼ਨ ਤੋਂ ਪਹਿਲਾਂ, ਤਾਂ ਸਾਰਾ ਮੂਲ ਨਿਵਾਸੀ ਸਮਾਜ ਆ। ਭਾਰਤ ਦੇ ਅਸਲੀ ਬਸ਼ਿੰਦੇ ਜਿਹੜੇ ਹੈਗੇ ਆ, ਮੂਲ ਨਿਵਾਸੀ ਲੋਕ ਆ, ਉਹ ਤਾਂ 85-90% ਆ। ਅਸੀਂ ਹੁਣ ਲੋਕ ਅੰਡਰਸਟੈਂਡ ਕਰਨ ਲੱਗ ਪਏ ਇਸ ਚੀਜ਼ ਨੂੰ। ਬਿਲਕੁਲ ਹੈ ਨਾ। ਵਾਮ ਸੇਫ ਵਾਲੇ ਅਕਸਰ ਇਹ ਕਹਿੰਦੇ ਆ ਕਿ ਜੇ ਮਤਲਬ ਇਸ ਤਰੀਕੇ ਨਾਲ ਜੇ ਵੋਟਾਂ ਕੀਤੀਆਂ ਜਾਣ, ਜਿੰਨੀਆਂ ਵੀ ਸਵਰਨ ਜਾਤੀਆਂ ਹੈਗੀਆਂ ਆ, ਇਹ ਤਾਂ ਪੰਜਾਬ ਦਾ ਇੱਕ ਮਤਲਬ ਆਪਣੇ ਪੰਚਾਇਤ ਦਾ ਪੰਚ ਨਹੀਂ ਬਣਾ ਸਕਦੀਆਂ, ਸਰਪੰਚ ਬਣਾਉਣ ਦੀ ਤਾਂ ਦੂਰ ਰਹੀ ਗੱਲ। ਵਾਮ ਸੇਫ ਆਮ ਸਟੇਜਾਂ ਤੋਂ ਕਹਿੰਦੇ ਹੈਗੇ, ਉਹਨਾਂ ਦੇ ਸੁਣਨ ਵਾਲੇ ਬੜੇ ਵਧੀਆ ਬੁਲਾਰੇ ਉਹਨਾਂ ਕੋਲ ਹੈਗੇ। ਸੋ ਇਹ ਸੀਗਾ ਪਿਆਰੇ ਦਰਸ਼ਕੋ ਕਿ ਪੋਲੀਟੀਕਲ ਜਿਹੜਾ ਥ੍ਰੈਟ ਸੀਗਾ, ਕਿ ਪੋਲੀਟੀਕਲ ਬੈਲੈਂਸ ਜਿਹੜਾ, ਉਹ ਪੋਲੀਟੀਕਲ ਪਾਵਰ ਜਿਹੜੀ ਆ, ਉਹ ਸਵਰਨਾਂ ਦੇ ਹੱਥੋਂ ਖੁੱਸ ਜਾਏਗੀ। ਔਰ ਇਹਨਾਂ ਨੇ ਅੱਜ ਤਾਈਂ ਜਿਹੜੀ ਵੀ ਆ ਇਹ OBC ਦੀ ਜਿਹੜੀ ਫਿਗਰਸ ਹੈਗੀ ਆ, ਉਹਨੂੰ ਹਾਈਲਾਈਟ ਕਰਨ ਦੀ ਜਾਂ ਉਹਨੂੰ ਇਕੱਠੇ ਕਰਕੇ ਪੇਸ਼ ਕਰਨ ਦੀ, ਮਰਦਸ਼ੁਮਾਰੀ ਦੇ ਵਿੱਚ ਇਹਨਾਂ ਨੇ ਉਹਦਾ ਖਾਨਾ ਬਣਾਉਣ ਦੀ ਅੱਜ ਤਾਈਂ ਕੋਸ਼ਿਸ਼ ਬਿਲਕੁਲ ਨਹੀਂ ਕੀਤੀ। ਔਰ 75 ਸਾਲ ਆਜ਼ਾਦੀ ਦੇ ਹੋ ਗਏ ਪਿਆਰੇ ਦਰਸ਼ਕੋ, ਜਿਹਦੇ ਵਿੱਚੋਂ 68 ਸਾਲ ਜਿਹੜੀ ਆ ਕਾਂਗਰਸ ਹੈ, ਉਹਨੇ ਬਿਲਕੁਲ ਇਹ ਆ ਕਿ ਫੱਟੀ ਜਿਹੜੀ ਆ ਕਹਿੰਦੇ ਪੋਚ ਕੇ ਰੱਖੀ ਆ, ਹੈ ਜੀ। ਬਿਲਕੁਲ ਉਹਨਾਂ ਨੇ ਇਹਦੇ ਗੱਲ ਕਰਨ ਤੋਂ ਸਾਰਿਆਂ ਨੂੰ ਰੋਕਿਆ। ਔਰ ਹੁਣ ਆ ਗਈ BJP, ਔਰ BJP ਵੀ ਉਹੀ ਕੰਮ ਕਰ ਰਹੀ ਆ, ਹੈ ਜੀ। ਅੱਛਾ, ਹੁਣ ਜਿਹੜੀ ਤੁਸੀਂ ਗੱਲ ਦੱਸੀ ਆ ਕਿ ਅੱਖਾਂ ਦੇ ਵਿੱਚ ਨੀਲੇ ਥੋਥੇ ਵਾਲੀ, ਜਿਹੜੇ ਹੈਗੇ ਆ OBC ਦੇ ਲੀਡਰ ਹੈਗੇ ਆ, ਉਹਨਾਂ ਨੂੰ ਇਹ ਗੱਲ ਜਿਹੜੀ ਆ ਸਾਹਮਣੇ ਆ ਰਹੀ ਆ ਭਈ ਸਾਡੇ ਨਾਲ ਧੱਕਾ ਹੋ ਰਿਹਾ। 15% ਜਿਹੜੇ ਹੈਗੇ ਆ ਉੱਪਰ, ਜਿਹੜੇ ਜਾਤ ਵਾਲੇ ਹੈਗੇ ਆ, ਉਹ ਸਾਰਾ ਕੁਝ ਮਲਾਈ ਜਿਹੜੀ ਆ ਉਹ ਖਾਈ ਜਾ ਰਹੇ ਆ। ਜਦੋਂ 1990 ਦੇ ਵਿੱਚ ਲਾਗੂ ਹੁੰਦਾ ਨਾ, ਫਿਰ ਇਹਦੇ ਵਿੱਚ ਕਿੱਦਾਂ ਤੁਸੀਂ ਦੱਸਿਆ ਹੈਗਾ ਕਿ ਕਾਫੀ ਇਹਦਾ ਮੁਖਾਲਫਤ ਵੀ ਹੋਈ ਆ। ਅਡਵਾਨੀ ਹੁਣੀ ਰੱਥ ਯਾਤਰਾ ਕੱਢੀ ਹੈਗੀ ਆ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ, ਉਹਨੇ ਸਟੇ ਲਾਤੀ। ਪਰ ਫਿਰ
92 ਦੇ ਵਿੱਚ ਫਿਰ ਜਿਹੜਾ ਨਾ ਹਾਂਜੀ 16 ਨਵੰਬਰ 1992 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵੀ ਇਹ ਜਿਹੜੀ ਹੈਗੀ ਲਾਗੂ ਹੋਵੇ। ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿਹੜੀਆਂ ਸਮਾਜ ਆਪਣੇ ਮੰਡਲ ਕਮਿਸ਼ਨ ਨੇ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਸੀ, ਰეკਮੈਂਡੇਸ਼ਨ ਕੀਤੀਆਂ ਸੀ, ਉਹਦੇ ਬਾਰੇ ਦੱਸੋ ਜਰਾ। 40 ਰეკਮੈਂਡੇਸ਼ਨਸ ਕੀਤੀਆਂ ਵੀ ਆਹ ਕੁਝ ਹੋਣਾ ਚਾਹੀਦਾ ਜੀ ਜੀ। ਉਹਦੇ ਵਿੱਚ ਸਿਰਫ 2 ਹੀ ਰეკਮੈਂਡੇਸ਼ਨ ਜਿਹੜੀਆਂ 2 ਹੀ ਸਿਫਾਰਿਸ਼ਾਂ ਨੂੰ ਲਾਗੂ ਕੀਤਾ। ਉਹ ਇਹ ਆ ਕਿ ਜਿਹੜੀ ਇੱਕ ਐਜੂਕੇਸ਼ਨ ਵਿੱਚ ਸਕੂਲਾਂ ਕਾਲਜਾਂ ਵਿੱਚ ਜਿਹੜੇ ਐਡਮਿਸ਼ਨ ਵੇਲੇ ਰਿਜ਼ਰਵੇਸ਼ਨ ਹੋਊਗੀ, ਔਰ ਦੂਸਰੀ ਜਿਹੜੀ ਨੌਕਰੀਆਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ 27% ਰਿਜ਼ਰਵੇਸ਼ਨ ਹੋਊਗੀ। ਜੀ ਜੀ। ਹਾਲਾਂਕਿ ਪਾਪੂਲੇਸ਼ਨ ਉਹਨਾਂ ਦੀ ਜਿਹੜੀ 52% ਮੰਨੀ ਜਾਂਦੀ ਹੈ। ਬਿਲਕੁਲ ਬਿਲਕੁਲ। ਸੋ ਇਸ ਤਰੀਕੇ ਨਾਲ ਹੈਗਾ। ਬਾਕੀ ਹੁਣ ਜਿਹੜਾ ਇਹਨਾਂ ਨੇ ਹੁਣ ਜਿਹੜਾ ਵਿਰੋਧ ਕਰਦੇ ਹੈਗੇ ਜੀ ਜੀ ਯੂ ਨੋ, ਤੇ ਇਹਨਾਂ ਨੂੰ ਇਹ ਮੂਹਰੇ ਦੀਦਾ ਆ ਕਿ ਇਹ ਇਕੱਲਾ ਜਿਹੜਾ ਵੋਟਾਂ ਦੀ ਗੱਲ ਨਹੀਂ ਹੈਗੀ, ਤੇ ਜਦੋਂ ਇਹਨਾਂ ਦੀ ਗਿਣਤੀ ਹੋਣੀ ਤਾਂ ਬਾਕੀ ਜਾਤਾਂ ਦੀ ਵੀ ਗਿਣਤੀ ਹੋਣੀ ਹੈ। ਬਿਲਕੁਲ ਯੂ ਨੋ, ਬ੍ਰਾਹਮਣਾਂ ਕੋਲ ਕੀ ਆ, ਕਸ਼ਤਰੀਆਂ ਕੋਲ ਕੀ ਆ, ਵੈਸ਼ਾਂ ਦੇ ਕੋਲ ਕੀ ਹੈਗਾ, ਉਹਨਾਂ ਦੀ ਐਜੂਕੇਸ਼ਨ ਕਿੰਨੀ ਹੈਗੀ ਆ, ਉਹਨਾਂ ਦੇ ਨੌਕਰੀਆਂ ਵਿੱਚ ਕਿੰਨਾ ਹਿੱਸਾ ਆ, ਜ਼ਮੀਨ ਉਹਨਾਂ ਕੋਲ ਕਿੰਨੀ ਆ, ਯੂ ਨੋ, ਪੈਸਾ ਕਿੰਨਾ ਆ, ਬੈਂਕਾਂ ਕਿੰਨੀਆਂ ਉਹਨਾਂ ਕੋਲ, ਕੀ ਕੁਛ ਉਹਨਾਂ ਦੇ ਕੋਲ ਹੈਗਾ। ਮਤਲਬ ਇਹ ਸਾਰਾ ਜਿਹੜਾ ਖੁੱਲ ਕੇ ਮੂਹਰੇ ਆਉਣਾ ਹੈਗਾ। ਉਹੀ ਗੱਲ ਪੋਲੀਟੀਕਲ ਔਰ ਹਿੱਸੇਦਾਰੀ ਦੀ ਗੱਲ ਹੋ ਜਾਣੀ। ਜਿਹੜੀ ਵੋਟ ਹੈਗੀ ਆ ਸਾਰੀ 80 ਆਪਣੇ 85-90% ਜਿਹੜੀ ਆ ਬਹੁਜਨ ਸਮਾਜ ਦੇ ਕੋਲ ਆ। ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬਸ, ਬੈਕਵਰਡ ਕਲਾਸ ਤੇ ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਯੂ ਨੋ, ਇਹਨਾਂ ਕੋਲ ਹੈਗਾ। ਜੇ ਹੁਣ ਆਪਾਂ ਦੇਖੀਏ ਪੋਲੀਟੀਕਲ ਪਾਰਟੀਆਂ, ਚਾਹੇ ਉਹ ਕਾਂਗਰਸ ਆ, ਚਾਹੇ BJP ਆ, ਚਾਹੇ ਕਮਿਊਨਿਸਟ ਪਾਰਟੀਆਂ ਆ, ਜਿਹੜੀਆਂ ਨੈਸ਼ਨਲ ਪਾਰਟੀਆਂ, ਉਹ ਉਹਨਾਂ ਦੀਆਂ ਆ। ਜੇ ਉਹ ਚੋਣ ਤਾਂ ਮਤਲਬ ਪਿੰਡ ਦਾ ਪੰਚ ਨਹੀਂ ਬਣ ਸਕਦਾ। 4 ਨੈਸ਼ਨਲ ਪਾਰਟੀਆਂ ਬਣਾ ਕੇ ਬੈਠੇ ਹੈਗੇ। ਯੂ ਨੋ, ਸੋ ਹੁਣ ਜਿਹੜਾ ਹੈਗਾ ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ, ਲੋਕਾਂ ਨੂੰ ਸਜਗ ਹੋ ਰਿਹਾ, ਔਰ ਇਸੇ ਚੀਜ਼ ਦਾ ਡਰ ਆ ਕਿ ਜਿੱਦਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਪਾਪੂਲੇਸ਼ਨ ਇੰਨੀ ਆ, ਸਾਡੇ ਤਾਕਤ ਇੰਨੀ ਆ, ਤੇ ਉਦਣ ਤਾਂ ਫਿਰ ਅਸੀਂ ਤਾਂ ਨੋ ਹੈ। ਇੱਕ ਹੋਰ ਦੱਸੋ ਤੁਸੀਂ। ਹਾਂਜੀ। ਕਿਉਂਕਿ 7.5% ਸ਼ਡਿਊਲਡ ਕਾਸਟ, 15% ਸ਼ਡਿਊਲਡ ਟਰਾਈਬ ਜੀ, ਔਰ 27% ਜਿਹੜਾ ਹੈਗਾ OBC, ਮਤਲਬ ਤਕਰੀਬਨ 50% ਦੇ ਲਾਗੇ ਹੋ ਜਾਂਦਾ। ਜਿਹੜੀ ਸੀਲਿੰਗ ਹੈ 50% ਦੀ, ਉਹਦਾ ਕੀ ਰੌਲਾ ਆ? 49 ਪੁਆਇੰਟ ਕਹਿੰਦੇ 50% ਨਹੀਂ ਹੋ ਸਕਦੀ। ਉਹ ਪਹਿਲਾਂ ਸੀਗਾ ਮਤਲਬ ਕੀਤਾ ਆ, ਪਰ ਉਹ ਤਾਂ ਇਹਨਾਂ ਨੇ ਤੋੜ ਦਿੱਤੀ। ਹੁਣ ਜਦੋਂ ਆਪਣੇ ਜਿਹੜੀ ਹੈਗੀ ਆ ਇਕਨੋਮਿਕ ਵੀਕ ਸੈਕਸ਼ਨ ਜਿਹੜਾ EWS ਕਰਕੇ ਉਹਨਾਂ ਨੂੰ 10% ਦਿੱਤਾ, ਉਹਦਾ ਕ੍ਰਾਸ ਕਰ ਹੀ ਦਿੱਤਾ। ਉਹ ਤਾਮਿਲਨਾਡੂ ਵਿੱਚ ਆਲਰੇਡੀ 69% ਜਿਹੜੀ ਆ ਉਹ ਆਲਰੇਡੀ ਕ੍ਰਾਸ ਕੀਤੀ ਹੋਈ ਆ। ਬਿਲਕੁਲ। ਮਤਲਬ ਇਹ ਸੁਪਰੀਮ ਕੋਰਟ ਨੇ ਕੀਤਾ ਸੀ ਪਹਿਲਾਂ, ਸ਼ਾਇਦ ਕਨਸਟੀਟਿਊਸ਼ਨ ਵਿੱਚ ਵੀ ਸੀਗਾ, ਪਰ ਫਿਰ ਸੁਪਰੀਮ ਕੋਰਟ ਨੇ ਉਹਨੂੰ ਲਾਗੂ ਕੀਤਾ, ਮਤਲਬ ਦੁਬਾਰਾ ਫੇਰ ਕੀਤਾ ਸੀ। ਪਰ ਜੇ ਸਟੇਟਾਂ ਚਾਹੁਣ ਤਾਂ ਉਹਨੂੰ ਵਧਾ ਵੀ ਸਕਦੀਆਂ, ਪਰ ਹੁਣ ਜਿਹੜਾ ਨੈਸ਼ਨਲ ਲੈਵਲ 'ਤੇ ਇਹਨਾਂ ਨੇ ਵਧਾ ਹੀ ਦਿੱਤਾ। ਤੇ ਹੁਣ ਮੇਰੇ ਖਿਆਲ ਤਾਂ ਜਿੱਦਾਂ 10% ਤਾਂ ਦੇ ਦਿੱਤਾ ਜਿਹੜਾ ਆਪਣੇ ਸਵਰਨਾਂ ਨੂੰ। ਹਾਂਜੀ, ਉਹ ਦੇ 5% ਹੋਰ ਦੇਣ, 15% ਪਾਪੂਲੇਸ਼ਨ ਉਹਨਾਂ ਨੂੰ ਦੇ ਦੇਣ, ਬਾਕੀ ਜਿਹੜੀ ਹੈਗੀ ਆਪੇ ਲੜ ਲੁੜ ਕੇ ਲਈ ਜਾਣ। ਪਰ ਸੁਪਰੀਮ ਕੋਰਟ ਵੀ ਜਿਹੜੀ ਆ ਉਹ ਦੋ ਪਾਸੇ ਆ ਜੀ। ਉਹਨਾਂ ਨੇ ਇਹ ਤਾਂ ਜਿਹੜੇ ਇਕਨੋਮਿਕਲੀ ਵੀਕ ਸੀਗੇ 10% ਉਹਨਾਂ ਨੂੰ ਦੇ ਦਿੱਤੀ। ਮਹਾਰਾਸ਼ਟਰ ਦੇ ਵਿੱਚ ਮਹਾਰਾਂ ਦੀ ਗੱਲ ਆਈ ਤਾਂ ਉਹਨਾਂ ਨੇ ਉਹਨੂੰ ਬੰਦ ਕਰ ਦਿੱਤਾ ਜੀ। ਹੈ ਜੀ। ਇੱਕ ਹੋਰ ਚੀਜ਼ ਆ, ਹੁਣ ਜਿਹੜਾ ਇਕਨੋਮਿਕਲੀ ਵੀਕ ਸੈਕਸ਼ਨ ਜਿਹੜਾ ਆ ਉਹਨੂੰ ਗਿਣਦੇ ਜਿਹਦੀ 10 ਲੱਖ ਤੋਂ ਘੱਟ, ਸੌਰੀ 8 ਲੱਖ ਤੋਂ ਘੱਟ ਜਿਹਦੇ ਕੋਲ ਵੇਜਸ ਆ, ਔਰ ਜਿਹੜੇ 6 ਲੱਖ ਦੀ ਜਿਹਦੇ ਕੋਲ ਇਨਕਮ ਆ, ਆਪਣੇ ਜਿਹੜੇ ਬੈਕਵਰਡ ਕਲਾਸ ਦੇ ਆ ਜਾਂ ਸ਼ਡਿਊਲਡ ਕਾਸਟ ਹੈਗੇ ਆ, ਜਿਹਦੇ ਕੋਲ 6 ਲੱਖ ਇਨਕਮ ਆ, ਉਹਨੂੰ ਕਹਿੰਦੇ ਕ੍ਰੀਮੀ ਲੇਅਰ ਆ। ਇਹ ਕੋ ਜ਼ਿਆਦਾ ਆ। ਆਹੋ, ਉਧਰ 8 ਲੱਖ ਵਾਲੇ ਨੂੰ ਕਹਿੰਦੇ ਕਮਜ਼ੋਰ ਹੈਗਾ, 6 ਲੱਖ ਵਾਲੇ ਨੂੰ ਅਮੀਰ ਕਹਿੰਦੇ ਆ, 8 ਲੱਖ ਵਾਲੇ ਨੂੰ ਗਰੀਬ ਕਹਿੰਦੇ। ਹਾਂਜੀ, ਗੱਲ ਤੇ ਉਹ ਉੱਥੇ ਆ ਗਈ ਨਾ। ਹਾਂਜੀ। ਅੱਛਾ ਪਿਆਰੇ ਦਰਸ਼ਕੋ, ਗੱਲ ਜਿਹੜੀ ਅਸੀਂ ਮੁੱਦੇ ਤੇ ਇਹ ਲਿਆਉਣੇ ਆ ਕਿ ਸਾਰੇ ਪਾਸਿਆਂ ਤੋਂ ਲੀਗਲ ਤੌਰ ਤੇ ਵੀ, ਲੋਕਾਂ ਵੱਲੋਂ ਵੀ, ਆਪੋਜੀਸ਼ਨ ਪਾਰਟੀਆਂ ਵੱਲੋਂ ਵੀ, OBC, ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬ ਵੱਲੋਂ, ਸਾਰਿਆਂ ਤੋਂ ਜਿਹੜਾ ਇਹ ਆ ਕਿ ਇੱਕ ਦਬਾਅ ਬਣਿਆ ਹੋਇਆ ਸੀ ਕਾਫੀ ਦੇਰ ਤੋਂ। ਔਰ ਜਿਹੜਾ ਪਾਰਲੀਮੈਂਟ ਦਾ ਜਿਹਨੂੰ ਰੇਨੀ ਸੈਸ਼ਨ ਕਹਿੰਦੇ ਆ, ਉਹ ਸ਼ੁਰੂ ਹੋਇਆ 2-3 ਹਫ਼ਤੇ ਪਹਿਲਾਂ, ਔਰ ਉਹਦੇ ਵਿੱਚ ਕਈ ਤਰ੍ਹਾਂ ਦੇ ਬਿੱਲ ਪਾਰਲੀਮੈਂਟ ਦੇ ਵਿੱਚ BJP ਗੌਰਮੈਂਟ ਨੇ ਲਿਆ ਕੇ ਇੰਟਰੋਡਿਊਸ ਕੀਤੇ। ਪਰ ਉੱਥੇ ਇਹ ਆ ਕਿ ਉਹ ਖਾਪੇ ਨਹੀਂ ਪਈ 2 ਇਸ਼ੂਆਂ 'ਤੇ। ਉਹ ਇੱਕ ਤਾਂ ਕਿਸਾਨਾਂ ਦਾ ਜੀ, ਜਿਹੜਾ ਜਦੋਂ ਜੇ ਚੱਲ ਰਹੇ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ, ਔਰ ਦੂਸਰਾ ਇਹ ਸੀਗਾ ਕਿ ਉਹ ਜਿਹੜਾ ਪੈਗਾਸਸ
ਸਪਾਈ ਜਿਹੜੀ ਉਹਨਾਂ ਨੇ ਕੀਤੀ ਇਜ਼ਰਾਈਲ ਤੋਂ ਬਾਈ ਕਰਕੇ। ਔਰ ਅਪੋਜੀਸ਼ਨ ਇਸ ਗੱਲ ਤੇ ਅੜੀ ਰਹੀ ਕਿ ਇਹ ਦੋ ਇਸ਼ੂ ਜਿਹੜੇ ਇਹਨਾਂ ਦੇ ਉੱਤੇ ਬਹਿਸ ਕਰੋ ਜੀ। ਔਰ ਪਾਰਲੀਮੈਂਟ ਰੋਜ਼ ਹੀ ਉਹ ਸਸਪੈਂਡ ਕਰ ਦਿੰਦੇ ਰਹੇ, ਪਾਰਲੀਮੈਂਟ ਨਹੀਂ ਚੱਲੀ। ਅਖੀਰ ਇਹਨਾਂ ਨੇ ਇੱਕ ਗੱਲ ਸੋਚੀ ਵੀ ਸਾਰਿਆਂ ਨੂੰ ਕੂਲ ਡਾਊਨ ਕਰਨ ਲਈ ਇੱਕ ਪੋਲੀਟੀਕਲ ਜਿਹੜਾ ਪਲਟਾ ਮਾਰਿਆ। ਉਹ ਪੋਲੀਟੀਕਲ ਪਲਟਾ ਇਹ ਸੀਗਾ ਕਿ ਜਿਹੜਾ OBC ਦਾ ਏਜੰਡਾ ਉਹਨਾਂ ਨੇ ਬਿੱਲ ਲੈ ਆਂਦਾ, ਕਿਉਂਕਿ ਜਿਹੜੀ ਅਪੋਜੀਸ਼ਨ ਪਾਰਟੀਆਂ ਵੀ ਚਾਹੁੰਦੀਆਂ ਸਨ, ਉਹਨਾਂ ਦੇ ਕਹਿਣ ਦਾ ਵੀ ਇਹ ਸੀਗਾ ਕਿ ਇਹ ਜਿਹੜਾ ਏਜੰਡਾ OBC ਦਾ ਹੈਗਾ, ਇਹ ਸੈਂਸਸ ਦਾ ਜਿਹੜਾ ਫਿਗਰ ਜਿਹੜੀ ਆ ਇਹ ਮਤਲਬ ਫਾਰਮ ਦੇ ਉੱਤੇ ਹੋਣੀ ਚਾਹੀਦੀ ਆ, ਬਾਕੀਆਂ ਛੋਟੀਆਂ ਜਾਤਾਂ ਦੀ ਵੀ। ਅੱਛਾ, ਉਹ ਪਾਰਲੀਮੈਂਟ ਦੇ ਵਿੱਚ ਲਿਆਉਣ ਦਾ ਇਹ ਹੋਇਆ ਪਿਆਰੇ ਦਰਸ਼ਕੋ ਕਿ ਉਹ ਇੱਕੋ ਦਿਨ 'ਚ ਹੀ ਪਾਸ ਹੋ ਗਿਆ ਜੀ। ਹਾਂਜੀ, ਇਹ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਜਿਹੜੀ ਮੁਖਾਲਫਤ ਪਾਰਟੀਆਂ ਸੀਗੀਆਂ ਉਹਨਾਂ ਨੇ ਵੀ ਸਪੋਰਟ ਕੀਤੀ। ਯੂਨਾਨੀ ਮਸਲੀ ਉਹ ਇਸ਼ੂ ਜਿਹੜਾ ਉਹ ਰਿਜ਼ੋਲਵ ਹੋ ਗਿਆ। ਹੁਣ ਉਹ ਏਜੰਡਾ ਕੀ ਸੀਗਾ? ਏਜੰਡਾ ਇਹ ਨਹੀਂ ਸੀਗਾ ਕਿ ਨੇਸ਼ਨ ਵਾਈਡ ਸੈਂਸਸ ਕੀਤੀ ਜਾਊਗੀ OBC ਦੀ। ਇਹਨਾਂ ਨੇ ਜਿਹੜਾ ਹੱਥ ਲਾਉਣਾ ਸੀਗਾ ਨੱਕ ਨੂੰ, ਉਹ ਘੁਮਾ ਕੇ ਲਾਇਆ। ਉਹ ਘੁਮਾ ਕੇ ਇੱਦਾਂ ਲਾਇਆ ਕਿ ਸੈਂਸਸ ਦੀ ਜਿਹੜੀ ਫਿਗਰ ਹੈਗੀ ਆ ਉਹ ਸੈਂਟਰ ਨਹੀਂ ਕਰੇਗਾ। ਜਿਹੜੇ ਰਾਜ ਹੈਗੇ ਆ, ਰਿਆਸਤਾਂ ਹੈਗੀਆਂ, ਉਹਨਾਂ ਨੂੰ ਕਿਹਾ ਕਿ ਤੁਸੀਂ ਫਿਗਰ ਸਟੇਟ ਜਿਹੜੇ ਰਾਜ ਹੈਗੇ ਆ, ਤੁਸੀਂ ਫਿਗਰ ਜਿਹੜੀ ਆ ਇਹ ਰੱਖ ਸਕਦੇ ਆ। ਉਹਦੇ ਵਿੱਚ ਥੋੜ੍ਹਾ ਜਿਹਾ ਰੌਲਾ ਰਹਿ ਜਾਂਦਾ। ਜਿਹੜੀ ਅਪੋਜੀਸ਼ਨ ਜਿੱਦਾਂ ਭਈ ਹੁਣ ਬੰਗਾਲ ਦੇ ਵਿੱਚ ਹੈਗੀ ਆ, ਮਮਤਾ ਦੀ ਗੌਰਮੈਂਟ ਹੈਗੀ ਆ, ਪੰਜਾਬ ਦੇ ਵਿੱਚ ਹੈਗੀ ਆ, ਕਾਂਗਰਸੀਆਂ ਦੀ ਹੈਗੀ ਆ, ਜਾਂ ਹੋਰ ਕਿਤੇ ਅਲੱਗ ਹੈਗੀ ਆ, ਉਹ ਤਾਂ ਕਰ ਲਊਗੇ, ਰਾਜਸਥਾਨ 'ਚ ਕਰ ਲਊਗੇ। ਜਿੱਥੇ ਇਹਨਾਂ ਦੀ ਗੌਰਮੈਂਟ ਹੈਗੀ ਆ, ਹੋ ਸਕਦਾ ਉੱਥੇ ਨਾ ਕਰਨ। ਇਹ ਹੈ ਨਾਲੇ ਜਿਹੜੀ ਦੂਜੇ ਸਟੇਟਾਂ ਦੇ ਵਿੱਚ ਜੇ ਹੋਰ ਵੀ ਆਪੋਜੀਸ਼ਨ ਦੀ ਵੀ ਹੈਗੀ ਆ, ਪਰ ਜੇ ਉੱਥੇ ਕਬਜ਼ਾ ਜਿਹੜੇ ਹੈਗੇ ਆ ਸਵਰਨ ਉਹ ਆ, ਉਹਨੀ ਤਾਂ ਕਰਨੀ ਨਹੀਂ ਹੈਗੀ। ਬਿਲਕੁਲ ਉਹੀ ਗੱਲ ਹੋਈ ਨਾ। ਮਤਲਬ ਪਰ ਉਹਨਾਂ ਨੇ ਜਿਹੜੀ ਗੱਲ ਇਹ ਆ ਕਿ ਬਿਲਕੁਲ ਕਲੀਅਰ ਨਹੀਂ ਕੀਤੀ ਔਰ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਪਈ। 127 ਕਨਸਟੀਟਿਊਸ਼ਨ ਅਮੈਂਡਮੈਂਟ ਕਰਕੇ ਇੱਕ ਉਹ ਪ੍ਰੋਸੀਜਰ ਹੈਗਾ, ਉਹਦੇ ਥਰੂ ਜਾ ਕੇ ਉਹਨਾਂ ਨੇ ਰਾਜਾ ਨੂੰ ਅਖਤਿਆਰ ਦੇ ਦਿੱਤੇ। ਕਿਉਂਕਿ ਜਿਹੜੀ ਹਾਈ ਕੋਰਟ ਸੀਗੀ ਉਹ ਮੰਨ ਲਓ 50% ਤੋਂ ਦੇਣ ਦੇ ਮੰਨ ਲਓ ਓਵਰ ਦੇਣ ਦੇ ਹੱਕ 'ਚ ਨਹੀਂ ਸੀ। ਔਰ ਉਹਨਾਂ ਨੇ ਕਿਹਾ ਵੀ ਕਨਸਟੀਟਿਊਸ਼ਨ ਅਲਾਓ ਨਹੀਂ ਕਰਦਾ। ਉਹਨਾਂ ਨੇ ਕਿਹਾ ਜੇ ਅਲਾਓ ਨਹੀਂ ਕਰਦਾ ਤੇ ਅਸੀਂ ਕਨਸਟੀਟਿਊਸ਼ਨ ਹੀ ਬਦਲ ਦਿੰਦੇ ਹਾਂ। ਹਾਂਜੀ, 127ਵੀਂ ਜਿਹੜੀ ਅਮੈਂਡਮੈਂਟ ਉਹ ਇੰਟਰੋਡਿਊਸ ਕਰਕੇ ਰਾਜਾ ਨੂੰ ਅਖਤਿਆਰ ਦੇ ਦਿੱਤੇ। ਔਰ ਹੁਣ ਇਹਦਾ ਪਿਆਰੇ ਦਰਸ਼ਕੋ ਗਾਹਾਂ ਲਈ ਕੀ ਅਸਰ ਪਏਗਾ? ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣੀ ਚਾਹੁੰਦਾ, ਕਿਉਂਕਿ ਜਿਹੜੀ ਇਹ ਆ ਕਿ ਮਰਦਸ਼ੁਮਾਰੀ ਜਿਹੜੀ ਆ ਇੱਕ ਬਹੁਤ ਵੱਡਾ ਇਸ਼ੂ ਆ। ਇੱਥੋਂ ਅਸੀਂ ਵੀ ਮੰਨ ਲਓ ਕਾਸ਼ੀ TV ਤੋਂ ਵੀ ਇੱਕ ਮੰਨ ਲਓ ਅਸੀਂ ਪ੍ਰਚਾਰ ਕਰਦੇ ਰਹੇ ਹਾਂ ਕਿ ਆ ਧਰਮ ਹੋਣਾ ਚਾਹੀਦਾ, ਕੋਈ ਕਹਿੰਦਾ ਰਵਦਾਸੀਆ ਜਿਹੜਾ ਹੈ ਉਹ ਹੋਣਾ ਚਾਹੀਦਾ। ਦਵਿੰਦਰ ਜੀ, ਉਹ ਜਿੰਨੇ ਵੀ ਜਾਤਾਂ ਹੈਗੀਆਂ ਉਹ ਅੱਜ ਤਾਈਂ ਮਰਦਸ਼ੁਮਾਰੀ ਦੇ ਖਾਨਾ ਜਿਹੜਾ ਉਹਨਾਂ ਦਾ ਬਿਲਕੁਲ ਨਹੀਂ ਹੈਗਾ। ਬਿਲਕੁਲ ਹਾਂਜੀ, ਮਰਦਸ਼ੁਮਾਰੀ ਦੇ ਵਿੱਚ ਪਿਆਰੇ ਦਰਸ਼ਕੋ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੁੱਧਿਸਟ ਔਰ ਜਿੰਨੇ ਵੀ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਔਰ ਬੈਕਵਰਡ ਕਲਾਸਿਸ ਹੈਗੇ ਆ, ਇਹ ਸਾਰੇ ਦੇ ਸਾਰੇ ਹਿੰਦੂਆਂ ਦੇ ਵਿੱਚ ਆਉਂਦੇ ਆ। ਹਾਂਜੀ, ਜੇ ਤੁਸੀਂ ਇਹਨਾਂ ਬਾਕੀ ਧਰਮਾਂ 'ਚ ਨਹੀਂ ਆਉਂਦੇ ਤਾਂ ਹਿੰਦੂਆਂ ਵਿੱਚ ਆਟੋਮੈਟਿਕਲੀ ਉਹ ਰਜਿਸਟਰ ਕਰ ਲੈਂਦੇ ਆ। ਬਿਲਕੁਲ, ਜਿਸਲੇ ਤੁਸੀਂ ਨਾ ਆਪਣਾ ਬੇਸ਼ੱਕ ਤੁਸੀਂ ਉੱਥੇ ਲਿਖਦੇ ਹੋ ਕਿ ਮੈਂ ਰਵਿਦਾਸੀ ਹਾਂ ਜਾਂ ਆ ਧਰਮੀ ਆ ਜਾਂ ਬਾਲਮੀਕੀ ਆ ਜਾਂ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਆਪਣੇ ਵੀ ਇੱਦਾਂ ਚੱਲਦੇ ਹੈਗੇ ਆ। ਔਰ ਜਾਂ ਜਿਹੜੇ ਆਦੀਵਾਸੀ ਆ ਉਹ ਵੀ ਲਿਖ ਦੇਣ, ਕਿਉਂਕਿ ਆਦੀਵਾਸੀ ਉਹ ਵੀ ਸ਼ਡਿਊਲ ਕਾਸਟਾਂ ਜਾਂ OBC 'ਚ ਆਉਂਦੇ ਆ। ਔਰ ਜਿੰਨੇ ਵੀ OBC, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਹੈਗੇ ਆ, ਉਹ ਸਾਰੇ ਦੇ ਸਾਰੇ ਹਿੰਦੂਆਂ 'ਚ ਗਿਣਤੀ ਹੁੰਦੀ ਹੈ ਜੀ। ਉਹਨਾਂ ਦਾ ਬਿਲਕੁਲ ਜਿਹੜਾ ਸੈਂਸਸ ਦਾ ਖਾਨਾ ਹੈਗਾ ਉਹਨਾਂ ਲਈ ਬਿਲਕੁਲ ਅਲੱਗ ਹੈ ਨਹੀਂਗਾ ਪਿਆਰੇ ਦਰਸ਼ਕੋ। ਹਾਲੇ ਤਾਂ ਹੀ ਹੈ ਨਹੀਂ, ਕੱਲ੍ਹ ਨੂੰ ਹੋ ਜਾਏਗਾ, ਜੁਦੀ ਗੱਲ ਹੈਗੀ ਆ। ਔਰ ਇਸੇ ਕਰਕੇ ਕਿਉਂਕਿ ਜਦੋਂ ਵੀ ਗੱਲ ਆਉਂਦੀ ਆ, ਜਿਹੜੇ ਲੀਡਰਸ ਹੈਗੇ ਆ BJP ਦੇ, ਉਹ ਇਹ ਕਹਿੰਦੇ ਆ ਕਿ ਸਾਡੀ 85% 90% ਸਾਡੀ ਹਿੰਦੂਆਂ ਦੀ ਆਬਾਦੀ ਆ। ਹਿੰਦੁਸਤਾਨ ਸਾਡਾ ਆ। ਹਾਂਜੀ, ਹਿੰਦੁਸਤਾਨ ਸਾਡਾ ਹੈਗਾ। ਉਹ ਇਸੇ ਬੇਸ 'ਤੇ ਕਹਿੰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਦੀ ਜਿਹੜੀ ਗਿਣਤੀ ਅੱਜ ਤਾਈਂ ਵਧਾਈ ਆ। ਹਾਂਜੀ, ਇਹਦੇ ਉੱਤੇ ਤੁਸੀਂ ਕੁਛ ਕੀ ਕਹਿਣਾ? ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਇਹਨਾਂ ਨੂੰ ਮਰਦਮਸ਼ੁਮਾਰੀ ਨਹੀਂ ਕੀਤੀ ਤੇ ਜਿਹੜੇ ਮੈਜੋਰਿਟੀ ਸੀਗੇ, ਜਿਹੜੇ ਬੈਕਵਰਡ ਕਲਾਸਿਸ ਹੈਗੀਆਂ, ਉਹਨਾਂ ਨੂੰ ਤਾਂ ਹਿੰਦੂਆਂ ਦੇ ਵਿੱਚ ਕਾਊਂਟ ਕਰ ਹੀ ਲਿਆ। ਹਾਂਜੀ, ਔਰ ਜਿੰਨਾ ਚਿਰ ਅਸੀਂ ਐਕਚੁਅਲੀ ਜਿਹੜਾ ਬ੍ਰਾਹਮਣਵਾਦ ਦਾ ਜਿਹੜਾ ਨਾ ਉਹਦਾ ਬਦਲ ਨਹੀਂ ਲੱਭਦੇ।
ਅਸੀਂ ਜਿੰਨਾ ਚਿਰ ਦੇਖੋ ਧਰਮ ਆ, ਧਰਮ ਆਪਣੀ ਜਗ੍ਹਾ ਆ, ਹਾਂਜੀ ਮਤਲਬ ਧਾਰਮਿਕ ਹੋਣਾ ਚਾਹੀਦਾ ਬਿਲਕੁਲ ਔਰ ਸੰਵਿਧਾਨ ਭਾਰਤ ਕੋਲ ਬਹੁਤ ਵਧੀਆ ਸੰਵਿਧਾਨ ਹੈਗਾ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਇਕੁਅਲ ਰਾਈਟਸ ਦਿੰਦਾ, ਇਕੋ ਰਾਜ ਦਿੱਤੇ ਸਾਰਿਆਂ ਨੂੰ ਇਕੁਅਲ ਰਾਈਟਸ ਹੈਗੇ ਔਰ ਸਾਨੂੰ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈਗਾ ਔਰ ਸੰਵਿਧਾਨ ਦੇ ਮੁਤਾਬਕ ਜਿਹੜਾ ਹੈਗਾ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ, ਬਿਲਕੁਲ ਸਾਰਿਆਂ ਨੂੰ ਕਿਹੜੇ ਧਰਮ ਨੂੰ ਅਪਣਾਉਣਾ ਆ ਉਹਨਾਂ ਕੋਲ ਹੱਕ ਹੈਗਾ। ਸਾਡਾ ਸੰਵਿਧਾਨ ਇਹ ਹੱਕ ਦਿੰਦਾ ਕਿ ਅਸੀਂ ਸਿੱਖ ਬਣਨਾ, ਬੁੱਧਿਸਟ ਬਣਨਾ, ਕ੍ਰਿਸਚੀਅਨ ਬਣਨਾ ਜਾਂ ਮੁਸਲਮਾਨ ਬਣਨਾ ਜਾਂ ਹਿੰਦੂ ਰਹਿਣਾ। ਹਾਂਜੀ ਜਿਹਨੇ ਰਹਿਣਾ ਉਹ ਹਿੰਦੂ ਵੀ ਰਹਿ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਜਿਹਨੂੰ ਜ਼ਿਆਦਾ ਹੀ ਹੈਗਾ ਕਿ ਵੀ ਰਹਿਣਾ ਜਾਂ ਨੀਚ ਬਣ ਕੇ ਹੀ ਰਹਿਣਾ ਤਾਂ ਰਹਿ ਸਕਦਾ, ਵਾਈ ਨਾਟ। ਕਾਲ ਲੈ ਲਈਏ। ਠੀਕ ਹੈ ਜੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਹਾਂਜੀ, ਜੈ ਭੀਮ, ਜੈ ਗੁਰਦੇਵ ਸਰਦਾਰ ਦੀਵਾਨ ਮਿੰਦਰਾ ਜੀ, ਤੁਹਾਡਾ ਸਵਾਗਤ ਹੈ ਕਾਂਛੀ ਟੀਵੀ ਤੇ। ਕੀ ਕਹਿਣਾ ਚਾਹੁੰਦੇ ਸਰ? ਤੁਸੀਂ ਜਨ ਗਣ ਦੀ ਗੱਲ ਕਰ ਰਹੇ ਹੋ ਤੇ ਇਹਦੇ ਵਿੱਚ ਹੀ ਮੈਂ ਕੁਝ ਮਾੜੇ ਜਿਹੇ ਕਲਾਮ ਪੇਸ਼ ਕਰਨੇ ਚਾਹੁੰਦਾ। ਬਿਲਕੁਲ ਹਾਂਜੀ ਕਰੋ। ਇਹ ਸਾਰਾ ਕਸੂਰ ਸਾਡਾ ਹੀ ਹੈਗਾ ਜੀ ਜੀ। ਜਿੰਨੀ ਦੇਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਹੈਗੇ ਤੇ ਕਾਰਨ ਆ ਜਿਹੜਾ ਵੰਡ ਹੋਏ ਆ ਜੀ, ਤੇ ਇਹ ਸਾਨੂੰ ਇਕੱਠੇ ਹੋਣ ਦੇ ਲਈ ਕਿਹਾ ਗਿਆ। ਇਹਦੇ ਬਾਰੇ ਕਿਹਾ ਹੈ, ਕਹਿੰਦੇ ਇਹ ਤਾਂ ਮੰਨਣਾ ਪਵੇਗਾ ਅੱਜ ਤੱਕ ਨਹੀਂ ਸਾਨੂੰ ਚੰਗੇ ਮਾੜੇ ਦਾ ਪਤਾ, ਸਾਨੂੰ ਫਿਕਰ ਪਿਆ ਹੈ ਆਪੋ ਆਪਣਾ ਸਮਾਜ ਦਾ ਨਹੀਂ ਫਿਕਰ ਰਤਾ, ਜੋ ਸਾਡੀ ਕਿਤੇ ਵੀ ਨਹੀਂ ਕੋਈ ਗੱਲ ਬਣਦੀ, ਜੋ ਸਾਡੀ ਕਿਤੇ ਨਹੀਂ ਕੋਈ ਗੱਲ ਸੁਣਦਾ, ਕਿਤੇ ਨਾ ਕਿਤੇ ਕਮਜ਼ੋਰੀ ਆ ਕਮਜ਼ੋਰੀ ਆ ਕਮਜ਼ੋਰੀ ਆ। ਬਾਬਾ ਸਾਹਿਬ ਤਾਂ ਬਥੇਰਾ ਲਿਖ ਗਏ, ਸਲੇਟ ਸਾਡੀ ਤਾਂ ਅਜੇ ਵੀ ਕੋਰੀ ਆ। ਬਾਬਾ ਸਾਹਿਬ ਤਾਂ ਬਥੇਰਾ ਕੁਛ ਲੈ ਗਿਆ, ਸਲੇਟ ਸਾਡੀ ਕਿਉਂ ਕੋਰੀ ਆ। ਸਾਡੇ ਰਹਿਬਰਾਂ ਸਬੂਤ ਦਿੱਤਾ ਕਈ ਵਾਰੀ, ਤੁਸੀਂ ਕਿਸੇ ਨਾਲੋਂ ਘੱਟ ਨਹੀਂ, ਹੋਰ ਤਾਂ ਬਥੇਰੇ ਕੰਮ ਕਰ ਲੈ, ਗੁਲਾਮੀ ਸਾਥੋਂ ਹੋਈ ਘੱਟ ਨਹੀਂ। ਬਿਲਕੁਲ ਜ਼ੋਰ ਬਲ ਉੱਤੇ ਆਪਣੇ ਭਰੋਸਾ ਨਹੀਂ, ਰੱਬ ਉੱਤੇ ਰੱਖੀ ਡੋਰੀ ਆ। ਗੁਰੂ ਰਵਿਦਾਸ ਜੀ ਸਭ ਕੁਝ ਦੱਸ ਗਏ, ਮਤ ਸਾਡੀ ਤਾਂ ਅਜੇ ਵੀ ਕੋਰੀ ਆ। ਬਾਬਾ ਸਾਹਿਬ ਅਤੇ ਸਾਹਿਬ ਕਾਂਚੀ ਰਾਮ ਦੀ ਗੱਲ ਜਿਹੜੇ ਨਹੀਂ ਮੰਨਦੇ, ਕੀ ਦੇਣਗੇ ਸਮਾਜ ਨੂੰ ਉਹ ਜੋ ਹੋਰਾਂ ਅੱਗੇ ਹੱਥ ਬੰਨ੍ਹਦੇ ਜੀ। ਰਹਿਣਾ ਪਵੇਗਾ ਸੁਚੇਤ ਸਾਨੂੰ ਉਹਨਾਂ ਤੋਂ ਜਿਨ੍ਹਾਂ ਨੂੰ ਕੰਮ ਠੱਗੀ ਠੋਰੀ ਆ। ਫੂਲੇ ਸ਼ਾਹੂ ਬਾਬਾ ਸਾਹਿਬ ਬਥੇਰਾ ਦੱਸ ਗਏ, ਔਰ ਸਲੇਟ ਸਾਡੀ ਅਜੇ ਵੀ ਕੋਰੀ ਆ। ਥੈਂਕ ਯੂ, ਵੈਰੀ ਨਾਈਸ। ਜਨ ਗਣਾਂ ਦੇ ਵਿੱਚ ਕਿਹੜਾ ਧਰਮ ਲਿਖਾਉਣਾ, ਵੱਖ-ਵੱਖ ਰਾਵਾਂ ਨੇ ਸਹਿਜਲ ਜੰਗ ਦਾ ਮੈਦਾਨ ਬਣਾ ਲਿਆ, ਅਸੀਂ ਆਪਣੇ ਹੀ ਭਰਾਵਾਂ ਨੇ। ਬਾਬਾ ਸਾਹਿਬ ਕਾਂਚੀ ਰਾਮ ਦੀ ਗੱਲ ਨਹੀਂ ਮੰਨਦੇ, ਇਹੋ ਹੀ ਸਾਡੀ ਕਮਜ਼ੋਰੀ ਆ। ਸਾਡੇ ਰਹਿਬਰ ਬਥੇਰਾ ਸਾਨੂੰ ਸਮਝਾ ਗਏ, ਔਰ ਸਲੇਟ ਸਾਡੀ ਵੀ ਅਜੇ ਕੋਰੀ ਆ। ਬਿਲਕੁਲ ਹਾਂਜੀ, ਬਿਲਕੁਲ। ਇੱਕ ਪਾਸੇ ਆਮ ਲੋਕਾਂ ਲਈ ਪੜ੍ਹਾਈ ਆ, ਦੇਸ਼ ਵਿੱਚ ਬੁਰਾ ਹਾਲ ਹੈ, ਦੂਜੇ ਪਾਸੇ ਸਰਕਾਰੀ ਨੌਕਰੀਆਂ ਦਾ ਦੇਸ਼ ਵਿੱਚ ਕਾਲ ਹੈ। ਕੀਤਾ ਰਖਵਾ ਕਰਨ ਦਾ ਵੀ ਖਾਤਮਾ, ਖੋ ਲਈ ਹੱਥ ਚੋਂ ਡੰਗੋਰੀ ਆ ਜੀ। ਔਰ ਸਾਡੀ ਆਪੇ ਹੀ ਨਿੱਤ ਦੀ ਲੜਾਈ, ਸਲੇਟ ਸਾਡੀ ਅਜੇ ਵੀ ਕੋਰੀ ਆ ਜੀ। ਕੁਝ ਸੱਜਣ ਸਾਡੇ ਹੀ ਜਾਣ ਬੁੱਝ ਕੇ ਸਮਝ ਕਿਉਂ ਤੋੜਨਾ ਚਾਹੁੰਦੇ, ਸੱਜਣ ਸਾਡੇ ਹੀ ਸਮਾਜ ਦੇ ਕਿਉਂ ਤੋੜਨਾ ਚਾਹੁੰਦੇ। ਬਾਬਾ ਸਾਹਿਬ ਕਾਂਚੀ ਰਾਮ ਮਹਾਬੁੱਧ ਤੇ ਕਿਉਂ ਮੁੱਖ ਮੋੜਨਾ ਚਾਹੁੰਦੇ। ਉਹ ਕਿਉਂ ਕੱਟੜ ਪੱਥਰ ਦਿਲ ਹੋ ਗਏ, ਉਹ ਮਾਰ ਸਾਨੂੰ ਪੈਂਦੀ ਦੋਹਰੀ ਆ। ਅਸੀਂ ਆਪ ਨੇ ਬੰਦੇ ਦੇ ਪੁੱਤ ਬਣਦੇ, ਇਹੀ ਤਾਂ ਸਾਡੀ ਕਮਜ਼ੋਰੀ ਆ ਜੀ। ਇਸ ਕਰਕੇ ਸਾਨੂੰ ਆਪ ਇਕੱਠੇ ਹੋਣ ਦੀ ਲੋੜ ਆ। ਜਦੋਂ ਅਸੀਂ ਇਕੱਠੇ ਹੋ ਜਾਵਾਂਗੇ ਤਾਂ ਸਾਡਾ ਹੀ ਰਾਜ ਆ ਜਾਊਗਾ। ਥੈਂਕ ਯੂ ਦੀਵਾਨ ਜੀ, ਵੌਇਸ ਆਫ ਇੰਡੀਆ, ਵੈਰੀ ਨਾਈਸ, ਥੈਂਕ ਯੂ ਵੈਰੀ ਮਚ। ਹਾਂਜੀ, ਤੇ ਤੁਸੀਂ ਕੁਝ ਕਹਿਣਾ ਜੀ? ਦੇਖੋ, ਆਪਣੀ ਗੱਲ ਚੱਲਦੀ ਹੈ ਕਿ ਜਦੋਂ ਇਹ ਕਲੀਅਰ ਹੋਣਾ, ਜਿੱਥੇ ਆਪਾਂ ਨੂੰ ਪਤਾ ਕਿ 52% ਉਹਨਾਂ ਦੀ ਪਾਪੂਲੇਸ਼ਨ ਹਾਲੇ ਹੈਗੀ ਆ, ਉਹਨਾਂ ਨੂੰ ਰਿਜ਼ਰਵੇਸ਼ਨ ਜਿਹੜੀ ਆ ਪੇਪਰਾਂ ਦੇ ਵਿੱਚ ਜਿਹੜੀ ਦੱਸਦੇ ਆ ਕਿ ਮਿਲਦੀ ਆ ਇੰਨੀ, ਜੋਬਾਂ 'ਚ ਨਹੀਂ ਦਿੰਦੇ ਹੈਗੇ ਪੇਪਰਾਂ ਦੇ ਵਿੱਚ 27% ਹੈ ਜਿਹੜਾ ਕਿ ਬਿਲਕੁਲ ਕੋਰ
ਅਨਿਆਏ ਆ, ਗਲਤ ਹੋ ਜਿੰਨੀ ਪਾਪੂਲੇਸ਼ਨ ਉਹਨੇ % ਉਹਨਾਂ ਨੂੰ ਮਿਲਣੀ ਚਾਹੀਦੀ ਹਾਂ, ਆ ਯੂ ਨੋ। ਸੋ ਆਪਾਂ ਲਾਸਟ ਵੀਕ ਇਹ ਦੱਸਦੇ ਸੀਗੇ ਕਿ ਕਿੱਦਾਂ ਮਤਲਬ ਹੈਗੀ ਸੁਪਰੀਮ ਕੋਰਟ ਦੇ ਜੱਜਸ ਦੀ ਗੱਲ ਕਰਦੇ ਸੀ, ਬਿਲਕੁਲ ਹਾਂ ਬਈ 33 ਜੱਜ ਦਾ ਟੋਟਲ ਯੂ ਨੋ, ਔਰ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਆ ਬ੍ਰਾਹਮਣ, ਹਾਂਜੀ ਬ੍ਰਾਹਮਣ ਵਰਣ ਵੀ ਜਦੋਂ ਬ੍ਰਾਹਮਣ ਨੂੰ ਪੁੱਛੋ ਨਾ ਵੀ ਤੁਹਾਡਾ ਵਰਣ ਕੀ ਆ, ਉਹ ਕਹਿੰਦਾ ਜੀ ਬ੍ਰਾਹਮਣ। ਹਾਂ ਹਾਂ ਜਾਤੀ ਕੀ ਆ, ਉਹ ਵੀ ਬ੍ਰਾਹਮਣ। ਕੋਲ ਆਈ ਹੋਆ ਤੁਸੀਂ ਠੀਕ ਹੈ, ਕਰ ਲਓ ਤਾਂ ਅੱਛਾ ਕਰ ਲਓ ਗੱਲ, ਲੈ ਲਓ ਫਿਰ ਕੋਈ ਨਹੀਂ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੇ ਸਾਹਿਬ ਜੀ? ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਹਾਂਜੀ ਪ੍ਰੇਮਾਨ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਤੁਸੀਂ ਸੁਣਾਓ, ਠੀਕ ਹੋ? ਅੱਛਾ ਜੀ, ਜਿਹੜੀ ਤੁਸੀਂ ਇਹ ਮਰਦਮਸ਼ੁਮਾਰੀ ਦੀ ਗੱਲ ਕਰ ਰਹੇ ਹੋ ਜੀ, ਦੇਖੋ ਇਹ ਜਿਹੜਾ ਬ੍ਰਾਹਮਣ ਮਨੁਵਾਦੀ ਸੋਚ, ਇਹਨਾਂ ਨੇ ਸਾਨੂੰ 4 ਵਰਨਾਂ ਦੇ ਵਿੱਚ ਵੰਡਿਆ ਜੀ ਆਪਣੇ ਆਪ ਨੂੰ, ਬ੍ਰਾਹਮਣ, ਕਸ਼ਤਰੀ ਤੇ ਵੈਸ਼ ਤੇ ਥੱਲੇ ਸ਼ੂਦਰ ਸਾਰੇ ਜੀ। ਤੁਸੀਂ ਇਹ ਦੱਸੋ ਵੀ ਅਗਰ ਇਹ ਬ੍ਰਾਹਮਣ ਨੂੰ ਪੁੱਛੋ ਤੇਰੀ ਜਾਤ ਕੀ ਆ, ਉਹ ਕਹਿੰਦਾ ਬ੍ਰਾਹਮਣ, ਉਹ ਕਦੀ ਹਿੰਦੂ ਨਹੀਂ ਕਹੇਗਾ ਜੀ, ਜਾਂ ਉਹ ਆਰੀਅਨ ਕਹੇਗਾ ਜਾਂ ਫਿਰ ਬ੍ਰਾਹਮਣ ਕਹੇਗਾ ਜੀ ਜੀ। ਜੇ ਤੁਸੀਂ ਕਹੋਗੇ, ਤੁਸੀਂ ਕਿਤੇ ਨਾ ਕਸ਼ਤਰੀ ਨੂੰ ਪੁੱਛੋ, ਕਦੇ ਵੀ ਹਿੰਦੂ ਨਹੀਂ ਕਹੇਗਾ, ਉਹ ਕਹੇਗਾ ਕਸ਼ਤਰੀ ਆ ਮੈਂ, ਰਾਜਪੂਤ, ਰਾਜਪੂਤ ਆ। ਜਿਹੜੇ ਬਾਣੀਏ ਆ, ਵੈਸ਼ ਆ, ਉਹ ਕਹੇ ਜੀ ਅਸੀਂ ਬਾਣੀਏ ਆ। ਤੇ ਜਿਹੜੇ ਸ਼ੂਦਰ ਆ ਉਹ ਕਹਿੰਦੇ ਜੀ ਅਸੀਂ ਆਪ ਧਰਮੀ ਹੁੰਦੇ ਆ, ਤੇ ਅਸੀਂ ਰਵਿਦਾਸੀਏ ਹੁੰਦੇ ਆ, ਅਸੀਂ ਵਾਲਮੀਕੀ ਹੁੰਦੇ। ਇਹ ਆਪਣੇ ਆਪ ਹੀ ਅਸੀਂ ਜਾਤਾਂ ਦੇ ਵਿੱਚ ਵੰਡ ਹੋ ਗਏ ਆ ਜੀ ਜੀ। ਇਹੀ ਤਾਂ ਬ੍ਰਾਹਮਣਵਾਦ ਚਾਹੁੰਦਾ ਕਿ ਇਹ ਲੋਕ ਜਾਤ ਪਾਤਾਂ ਦੇ ਵਿੱਚ ਵੰਡੇ ਰਹਿਣ ਤੇ ਸਾਡਾ ਉੱਲੂ ਸਿੱਧਾ ਰਵੇ, ਤੇ ਇਸੇ ਕਰਕੇ ਉਹ ਸਾਡੇ ਤੇ ਰਾਜ ਕਰਦੇ ਆ ਜਦ ਤੱਕ। ਕਿਉਂਕਿ ਜਦੋਂ ਉਹਨੇ ਨੇ ਸਾਡੇ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਸਾਰੀ ਉਮਰ ਤੁਹਾਡੇ ਲਈ ਕੰਮ ਕੀਤਾ ਜੀ, ਲੇਕਿਨ ਤੁਸੀਂ ਆਪਣੇ ਮੱਥੇ ਤੇ ਲੇਵਰ ਨਾ ਲਾਓ, ਮੈਂ ਰਵਿਦਾਸੀਆਂ ਆ, ਮੈਂ ਵਾਲਮੀਕੀ ਆ, ਮੈਂ ਪ੍ਰਜਾਪਤੀ ਆ, ਮੈਂ ਫਲਾਨਾ ਆ, ਇਹ ਵੋ। ਤੁਸੀਂ ਤੁਸੀਂ ਬਹੁਜਨ ਦੇ ਲੋਕ ਆ, ਇਹ ਮੁਲਕ ਤੁਹਾਡਾ ਆ, ਇਹਨਾਂ ਲੋਕਾਂ ਨੇ ਤੁਹਾਨੂੰ ਵੰਡ ਕੇ ਪਾੜ ਕੇ ਇਹ ਰਾਜ ਕਰਦੇ ਆ, ਲੇਕਿਨ ਅਸੀਂ ਲੋਕ ਅੱਜ ਤੱਕ ਵੀ ਨਹੀਂ ਸਮਝੇ। ਲੇਕਿਨ ਹੁਣ ਮਰਦਮਸ਼ੁਮਾਰੀ ਜਿਹੜੀ ਆ ਰਹੀ ਆ, ਸਾਡੇ ਲੋਕ ਅਸੀਂ ਬਹੁਤ ਰੌਲਾ ਪਾਉਂਦੇ ਆ। ਕੋਈ ਕਹਿੰਦਾ ਜੀ ਵਾਲਮੀਕੀ ਲਿਖਾਉਣਾ, ਕੋਈ ਕਹਿੰਦਾ ਜੀ ਆ ਧਰਮੀ ਸਾਡਾ, ਕੋਈ ਕਹਿੰਦਾ ਜੀ ਰਵਿਦਾਸੀਆ, ਕੋਈ ਕਹਿੰਦਾ ਜੀ ਕੁਛ, ਕੋਈ ਕੁਛ। ਲੇਕਿਨ ਇਹ ਜਿਹੜੀਆਂ ਸਾਡੀਆਂ ਜਿਹੜੇ ਹੈਗੇ ਨਾ 4 ਹੀ ਤਾਂ ਜਿਹੜੇ ਕੌਲਮ ਆ, ਹਿੰਦੂ, ਮੁਸਲਿਮ, ਸਿੱਖ, ਈਸਾਈ ਤੇ ਬੌਧ ਤੇ ਜੈਨੀ ਜੀ, ਤੇ ਬਾਕੀ ਜਿਹੜੇ ਤੁਸੀਂ ਲਿਖਾਓਗੇ ਉਹ ਅਦਰ ਚ ਆ ਜਾਣੇ, ਉਹ ਆਟੋਮੈਟਿਕਲੀ ਹਿੰਦੂਆਂ ਚ ਜਾਣੇ ਆ। ਬਿਲਕੁਲ ਹਾਂਜੀ। ਇਸੇ ਕਰਕੇ ਜਿਹੜੇ ਇਹ ਲੋਕ ਆ ਨਾ, ਉਹ ਕਹਿੰਦੇ ਕਿ ਸਾਡਾ ਜਿੰਨੀ ਸਾਡੀ ਸੰਖਿਆ ਹੋਏਗੀ ਤਾਂ ਹੀ ਅਸੀਂ ਹਿੰਦੁਸਤਾਨ ਇਹਨੂੰ ਕਹਿਣਾ ਵਾ ਜੀ। ਕਿਉਂਕਿ ਬਾਕੀ ਜਿਹੜੀਆਂ ਜਾਤਾਂ ਜਦੋਂ ਆਪਣੇ ਆਪਣੇ ਕਾਸਟ ਵਿੱਚ ਵੰਡੀਆਂ ਹੋਣਗੀਆਂ ਤਾਂ ਆਪੇ ਹਿੰਦੂਆਂ ਦੀ ਜਿਹੜੀ ਤਾਕਤ ਹੈ ਉਹ ਵੱਧ ਜਾਏਗੀ ਜੀ। ਇਸ ਕਰਕੇ ਸਾਡੇ ਲੋਕਾਂ ਨੂੰ ਦੇਖੋ, ਕੋਈ ਹੋਰ ਧਰਮ ਤਾਂ ਤੁਹਾਡੇ ਲਈ ਹੈ ਹੀ ਨਹੀਂ, ਲੇਕਿਨ ਸਾਡੇ ਪੂਰਵਜਾਂ ਦਾ ਜਿਹੜਾ ਧਰਮ ਸੀ ਬੁੱਧਿਜ਼ਮ ਸੀਗਾ ਜੀ। ਅਗਰ ਅਸੀਂ ਉਹਦੇ ਖਾਨੇ ਦੇ ਵਿੱਚ ਲਿਖਦੇ, ਇਹਨਾਂ ਹਿੰਦੂਆਂ ਦੀ ਜਿਹੜੀ ਇੱਕ ਗਿਣਤੀ ਆ ਉਹ ਆਟੋਮੈਟਿਕਲੀ ਘਟ ਜਾਏਗੀ ਕਿ ਅਗਰ ਕੱਲ ਨੂੰ ਹਿੰਦੂ ਇਹਨਾਂ ਦੀ ਸੰਖਿਆ ਵੱਧ ਜਾਂਦੀ ਹੈ, ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਜੀ ਕਿ ਹਿੰਦੁਸਤਾਨ ਦਾ ਨਾਂ ਬਦਲਣ ਲਈ, ਕਿਉਂਕਿ ਭਾਰਤ ਦਾ ਨਾਂ ਜਿਹੜਾ ਉਹ ਭਾਰਤ ਆ ਤੇ ਇੰਡੀਆ ਆ ਜੀ। ਤੇ ਅਸੀਂ ਪਹਿਲੇ ਭਾਰਤੀ ਆ ਤੇ ਲਾਸਟ ਭਾਰਤੀ ਆ ਤੇ ਲਾਸਟ ਇੰਡੀਅਨ ਆ। ਸਾਡੇ ਲੋਕਾਂ ਨੂੰ ਇਹ ਸਮਝ ਜਾਣਾ ਚਾਹੀਦਾ, ਬਾਬਾ ਸਾਹਿਬ ਨੇ ਉਹਨਾਂ ਨੇ ਸਾਡੇ ਲਈ ਸਾਰੀ ਉਮਰ ਸਟਰਗਲ ਕੀਤੀ ਆ ਜੀ, ਤੇ ਇਸ ਕਰਕੇ ਉਹਨਾਂ ਦਾ ਕਿਹਾ ਹੋਇਆ ਸਾਨੂੰ, ਅਸੀਂ ਜ਼ਿਆਦਾ ਬੁੱਧੀਮਾਨ ਨਹੀਂ ਉਹਨਾਂ ਨਾਲੋਂ, ਉਹ ਦੁਨੀਆ ਦੇ ਸਭ ਤੋਂ ਵੱਡਾ ਬ੍ਰੇਨ ਉਹਨਾਂ ਦਾ ਸੀ। ਉਹਨਾਂ ਨੇ ਅਗਰ ਬੁੱਧਿਜ਼ਮ ਨੂੰ ਲਿਆ ਤਾਂ ਕਿਸੇ ਗੱਲ ਕਰਕੇ ਲਿਆ, ਕੋਈ ਐਡੀ ਉਹਨਾਂ ਨੇ 21 ਸਾਲ ਇਹਦੀ ਰਿਸਰਚ ਕੀਤੀ ਆ ਜੀ, ਤਾਂ ਉਹਨਾਂ ਨੇ ਕਿਤੇ ਬੁੱਧਿਜ਼ਮ ਨੂੰ ਲਿਆ। ਤੇ ਇਸੇ ਕਰਕੇ ਅਸੀਂ ਲੋਕ ਉਹਨਾਂ ਦਾ ਦਿੱਤਾ ਹੋਇਆ ਤਾਂ ਸਾਰਾ ਕੁਝ ਲੈ ਲਿਆ, ਰਿਜ਼ਰਵੇਸ਼ਨ ਅਸੀਂ ਲੈ ਲਈ, ਵੋਟ ਦਾ ਹੱਕ ਲੈ ਲਿਆ, ਹੋਰ ਜਿੰਨੇ ਵੀ ਹੱਕ ਔਰਤਾਂ ਦੇ ਹੱਕ ਸੀ ਸਾਰੇ ਦਿੱਤੇ, ਕੋਈ ਜ਼ਮੀਨ ਲੈਣ ਦਾ ਕੋਈ ਸਾਰਾ ਹੱਕ ਉਹਨਾਂ ਨੇ ਲੈ ਕੇ ਦਿੱਤੇ ਜਿਹੜੇ ਸੰਵਿਧਾਨ ਦੇ ਵਿੱਚ। ਲੇਕਿਨ ਅਸੀਂ ਇੱਕੋ ਹੀ ਸਾਡੇ ਦਿਮਾਗ ਦੇ ਵਿੱਚ ਗੱਲ ਨਹੀਂ ਬਹਿ ਰਹੀ ਕਿ ਉਹਨਾਂ ਨੇ ਜਿਹੜਾ ਸੱਚਾ ਸੁੱਚਾ ਸਾਨੂੰ ਧੰਮ ਦਿੱਤਾ ਸੀ, ਅਸੀਂ ਉਹਦੇ ਤੇ ਕਿਉਂ ਨਹੀਂ ਚੱਲੇ, ਉਹ ਕਿਉਂ ਨਹੀਂ ਅਪਣਾ ਰਹੇ। ਇਸੇ ਕਰਕੇ ਜੇ ਅਗਰ ਨਹੀਂ ਵੀ ਅਪਣਾਇਆ, ਅੱਜ ਹੁਣ ਜਿਹੜੀ ਮਰਦਮਸ਼ੁਮਾਰੀ ਹੋ ਰਹੀ ਆ, ਆਉਣ ਵਾਲੇ ਸਮੇਂ 'ਚ ਕਦੇ ਵੀ ਤੁਹਾਡੀ ਮਰਦਮਸ਼ੁਮਾਰੀ ਨਹੀਂ ਹੋਣੀ ਕਦੇ ਵੀ। ਤੇ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਕਿ ਸਾਡੇ ਲੋਕਾਂ ਨੂੰ ਜੋ ਮੰਨੋ, ਜਿਹਨੂੰ ਮਰਜ਼ੀ ਮੰਨੋ, ਗੁਰੂ ਰਵਿਦਾਸ ਜੀ ਵੀ ਸਾਡੇ ਹੀ ਆ, ਵਾਲਮੀਕ ਵੀ, ਅਗਰ ਮੈਂ ਤਾਂ ਕਹਿੰਦਾ ਉਹ ਵੀ ਸਾਡੇ ਹੀ, ਜਾਂ ਹੋਰ ਵੀ ਹੈਗੇ ਜਿਹਨਾਂ ਨੂੰ ਮੰਨਦੇ ਆ, ਚੋਖਾ ਮੇਲਾ, ਜਿੰਨੇ ਵੀ ਸਾਡੇ ਗੁਰੂ ਹੋਏ ਆ ਜਾਂ ਸਾਡੇ ਰਹਿਬਰ ਹੋਏ ਆ, ਮੰਨੋ ਜਿਹਨੂੰ ਮਰਜ਼ੀ, ਲੇਕਿਨ ਤੁਹਾਡਾ ਜਿਹੜਾ ਧਰਮ ਆ ਉਹ ਇੱਕ ਹੋਣਾ ਚਾਹੀਦਾ, ਬੁੱਧਿਜ਼ਮ। ਇਹ ਇੱਕ ਮੈਂ ਤਾਂ ਕਹਿਣਾ ਚਾਹੁੰਦਾ। ਥੈਂਕ ਯੂ ਜੀ, ਥੈਂਕ ਯੂ। ਟਾਈਮ ਦਾ ਖਿਆਲ ਰੱਖਿਓ ਜਰਾ। ਥੈਂਕ ਯੂ ਜੀ। ਹਾਂਜੀ ਮੈਂ ਗੱਲ ਕਰਨ ਲੱਗਾ ਕਿ ਆਪਾਂ ਗੱਲ ਕਰਦੇ ਸੀਗੇ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਜੀ, ਜਿਹੜੇ
ਕਾਲਜੀਅਮ ਸਿਸਟਮ ਦੇ ਮੁਤਾਬਕ ਬਣਦੇ ਆ, ਉਹ ਕੋਈ ਟੈਸਟ ਪਾਸ ਕਰਕੇ ਜਾਂ ਸਿਲੈਕਟ ਉਹ ਕੰਪੀਟੀਸ਼ਨ ਦੇ ਥਰੂ ਨਹੀਂ ਆਉਂਦੇ। ਬਿਲਕੁਲ ਅਪਾਇੰਟਮੈਂਟ ਹੁੰਦੀ ਹੈ, ਅਪਾਇੰਟਮੈਂਟ ਕਰਦੇ ਆ ਉਹ ਵੀ ਆਪ 4-5 ਜੱਜ ਜਿਹੜੇ 5 ਰਲ ਕੇ ਉਹਨਾਂ ਦਾ ਆਪਣਾ ਹੀ ਕਾਲਜੀਅਮ ਹੁੰਦਾ। ਲੈਸ ਰਾਈਟ ਆ। ਸੋ ਉਹਦੇ ਵਿੱਚ ਜਿਹੜੇ ਹੈਗੇ ਬ੍ਰਾਹਮਣ ਜਿਹੜੇ ਹੈਗੇ ਸੁਪਰੀਮ ਕੋਰਟ ਦੇ ਵਿੱਚ 33 ਵਿੱਚੋਂ 11 ਬ੍ਰਾਹਮਣ, 8 ਵੈਸ਼ਯ, 5 ਕਸ਼ਤਰੀ ਆ ਜੀ, 4 ਕਾਸ਼ਤ ਆ। ਮਤਲਬ 33 ਵਿੱਚੋਂ ਜਿਹੜੇ 28 ਸਵਰਨ ਜਾਤੀਆਂ ਦੇ ਆ, ਜਿਨ੍ਹਾਂ ਦੀ ਪਾਪੂਲੇਸ਼ਨ ਸਿਰਫ 15%, ਔਰ ਬਾਕੀ 55% ਜਿਹੜੇ ਹੈਗੇ ਆ ਜਿਹਦੇ ਵਿੱਚ SC ST OBC ਮਾਈਨੋਰਿਟੀ ਕਮਿਊਨਿਟੀ ਇਹ ਸਾਰੇ ਹੀ ਆਉਂਦੇ ਹੈਗੇ ਆ, ਜਿਨ੍ਹਾਂ ਦੀ ਮਰਦਮਸ਼ੁਮਾਰੀ ਦੀ ਜਨਗਣਨਾ ਦੀ ਗੱਲ ਕਰਦੇ ਹੈਗੇ ਜੀ। OBC ਵਾਲੇ ਜਿਹੜੇ ਬੈਕਵਰਡ ਕਲਾਸਿਸ ਦੇ ਹੈਗੇ ਜਿੰਨੇ, ਉਹਦੇ ਵਿੱਚ ਉਹਨਾਂ ਦਾ ਸਿਰਫ ਇੱਕ ਸੁਪਰੀਮ ਕੋਰਟ ਦਾ ਜੱਜ ਆ, ਔਰ ਜਿਹੜੇ ਸ਼ਡਿਊਲਡ ਕਾਸਟ ਆ ਜਿਹੜੇ 15% ਪਾਪੂਲੇਸ਼ਨ ਆ ਉਹਨਾਂ ਦੇ 2 ਆ। ਮੁਸਲਿਮ ਜਿਹਦੀ ਪਾਪੂਲੇਸ਼ਨ ਅਬਾਊਟ 14% ਮੰਨੀ ਜਾਂਦੀ ਆ ਤਕਰੀਬਨ, ਉਹਦਾ ਸਿਰਫ 1 ਆ, ਔਰ ਕ੍ਰਿਸਚੀਅਨ ਉਹਦਾ ਵੀ ਸਿਰਫ 1 ਆ। ਮਤਲਬ 85% ਪਾਪੂਲੇਸ਼ਨ ਵਾਲਿਆਂ ਦੀ ਜਿਹੜੇ ਹੈਗੇ ਆ ਸਿਰਫ 5 ਸੁਪਰੀਮ ਕੋਰਟ ਦੇ ਵਿੱਚ ਜੱਜ ਹੈਗੇ, ਔਰ ਬਾਕੀ ਜਿਹੜੇ ਹੈਗੇ ਆ ਆਫਿਸ ਹੈਗੇ ਆ, ਬੜੇ ਆਫਿਸ ਹੈਗੇ ਆ, ਗਵਰਨਮੈਂਟ ਦੇ ਹੈਗੇ ਆ, ਅੰਡਰ ਸੈਕਟਰੀ ਹੈਗੇ ਆ, ਜੁਆਇੰਟ ਸੈਕਟਰੀ ਹੈਗੇ ਆ, ਹਾਂਜੀ IAS ਆਫਿਸਰ ਹੈਗੇ ਆ, ਜਾਂ ਡਾਕਟਰਸ ਹੈਗੇ ਆ, ਸਿਵਲ ਸਰਵੈਂਟ ਹੈਗੇ, ਯੂਨੀਵਰਸਿਟੀਆਂ ਦੇ ਜਿਹੜੇ ਹੈਗੇ ਚਾਂਸਲਰ ਹੈਗੇ, ਪਾਵਰ ਵਾਲੀਆਂ ਪੋਜੀਸ਼ਨਾਂ ਤੇ ਆ ਜਿਹੜੇ ਯੂਨੀਵਰਸਿਟੀਆਂ ਦੇ ਚਾਂਸਲਰ ਜਿਹੜੇ ਹੈਗੇ ਆ, ਉਹ ਸਾਰੇ ਦੇ ਸਾਰੇ ਤਕਰੀਬਨ 90-95% ਉਹਨਾਂ ਦਾ ਹੀ ਆ। ਔਰ ਪਿਆਰੇ ਦਰਸ਼ਕੋ, ਕਿਉਂਕਿ ਟਾਈਮ ਬਹੁਤ ਜਲਦੀ ਨਾਲ ਹੋ ਰਿਹਾ ਹੈਗਾ, ਔਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿਉਂਕਿ ਤੁਸੀਂ ਇੱਥੇ ਮਰਦਸ਼ੁਮਾਰੀ ਹੁਣੇ ਹੀ ਕੀਤੀ ਆ, ਹੁਣੇ ਦੇਖੀ ਆ, ਉਹਦੇ ਵਿੱਚ ਜਿਹੜੇ ਖਾਨੇ ਸੀਗੇ ਉਹਨਾਂ ਦੇ ਵਿੱਚ ਹੀ ਤੁਸੀਂ ਟਿਕਮਾਰ ਕਰ ਸਕਦੇ ਸੀਗੇ ਜੀ। ਹਾਂਜੀ, ਉਹ ਵੀ ਇਸੇ ਤਰ੍ਹਾਂ ਸੀਗੇ ਵੀ ਕ੍ਰਿਸਚੀਅਨ ਸੀਗੇ, ਸਿੱਖ ਸੀਗੇ, ਬੁੱਧਿਸਟ ਸੀਗੇ, ਜੈਨ ਸੀਗੇ, ਔਰ ਮੇਰਾ ਖਿਆਲ ਆ ਵੀ ਹੋਰ ਉੱਥੇ ਮਤਲਬ ਸਿੱਖਾਂ ਦਾ ਖਾਨਾ ਸੀਗਾ ਔਰ ਬੁੱਧਿਸਟ ਦਾ ਵੀ ਸੀਗਾ, ਹੋਰ ਉੱਥੇ ਖਾਨਾ ਕੋਈ ਨਹੀਂ ਸੀ। ਹਾਂਜੀ, ਔਰ ਇਸੇ ਹੀ ਤਰ੍ਹਾਂ ਭਾਰਤ ਦੇ ਵਿੱਚ ਅਸੀਂ ਇਹ ਦੁਹਰਾਉਣਾ ਚਾਹੁੰਦੇ ਹਾਂ ਕਿਉਂਕਿ ਜਿਹੜੇ ਖਾਨੇ ਆ, ਜੇ ਤੁਸੀਂ ਖਾਨਿਆਂ ਦੇ ਵਿੱਚ ਲਿਖ ਕੇ ਨਾਲ ਕੁਛ ਅਦਰਸ ਲਿਖ ਦਿੰਦੇ ਆ ਜਾਂ ਇਨਵਰਟਡ ਕੌਮਾਂ ਦੇ ਵਿੱਚ ਲਿਖ ਦਿੰਦੇ ਆ, ਉਹ ਸਾਰਿਆਂ ਦੀ ਸਾਰੀ ਇਹਦੀ ਗਿਣਤੀ ਦਵਿੰਦਰ ਜੀ ਉਹ ਹਿੰਦੂਆਂ ਦੇ ਵਿੱਚ ਹੁੰਦੀ ਹੈ। ਔਰ ਇਹ ਆ ਕਿ ਜਦੋਂ ਵੀ ਜਨਗਣਨਾ ਆਵੇ, ਸਾਡੀ ਆਵਾਜ਼ ਜਿਹੜੀ ਇੰਡੀਆ ਤੱਕ ਵੀ ਜਾਂਦੀ ਹੈ, ਜਦੋਂ ਵੀ ਜਨਨਾ ਉੱਥੇ ਹੋਵੇ ਤਾਂ ਇਹ ਆ ਕਿ ਜ਼ਰੂਰ ਸੋਚਣਾ ਕਿ ਤੁਹਾਡਾ ਜਿਹੜਾ ਹੈਗਾ ਵੋਟ ਹੈਗਾ ਉਹ ਜਿਹਨੂੰ ਮਰਜ਼ੀ ਪਾ ਦਿਓ, ਤੁਸੀਂ ਧਰਮ ਜਿਹੜਾ ਮਰਜ਼ੀ ਲਿਖ ਦਿਓ, ਇੱਕ ਹਿੰਦੂਆਂ ਨੂੰ ਨਾ ਲਿਖੋ ਤਾਂ ਫਿਰ ਵੀ ਹੱਲ ਹੋ ਸਕਦਾ ਹੈ, ਫਿਰ ਵੀ ਹੱਲ ਹੋ ਸਕਦਾ ਹੈ ਜੀ ਪਿਆਰੇ ਦਰਸ਼ਕੋ। ਔਰ ਇਹਦੇ ਉੱਤੇ ਜਿਹੜੀ ਬਹਿਸ ਹੈ ਹਲੇ ਚੱਲੀ ਹੋਈ ਹੈਗੀ ਆ, ਬਿਹਾਰ ਦੇ ਵਿੱਚ ਨਤੀਸ਼ ਜਿਹੜਾ ਹੈਗਾ ਚੀਫ ਮਿਨਿਸਟਰ ਹੈਗਾ, ਔਰ ਉਹਦੇ ਨਾਲ ਜਿਹੜਾ ਹੈਗਾ ਤੇਜਸਵੀ ਯਾਦਵ ਹੈਗਾ, ਆਪੋਜੀਸ਼ਨ ਹੈਗਾ, ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਕਿ ਇੱਥੇ ਜਿਹੜੀ ਜਨਗਣਨਾ ਸਾਰਿਆਂ ਨੇ ਉੱਥੇ ਦੀ ਸਰਬਸੰਮਤੀ ਦੇ ਨਾਲ 2 ਵਾਰੀ ਮਤਾ ਪਾਸ ਕੀਤਾ ਆਪਣੇ ਅਸੈਂਬਲੀ ਦੇ ਵਿੱਚ ਬਿਹਾਰ ਦੇ ਵਿੱਚ ਪਈ ਜਿਹੜੀ ਜਨਗਣਨਾ ਜਿਹੜੀ ਹੈਗੀ ਆ ਵੀ ਮਿਲੇ ਉਹਦੇ ਵਿੱਚ ਅਲੱਗ ਖਾਨਾ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਰੌਲਾ ਪਾ ਲਓ ਤੇ ਪੰਜਾਬ ਦੇ ਵਿੱਚ ਆਹ ਖਾਨਾ ਹੋਣਾ ਚਾਹੀਦਾ, ਉੱਥੇ ਖਾਨਾ ਆਪਣਾ ਦਰਜ ਕਰੋ, ਨਹੀਂ ਜੇ ਕਰਦੇ ਤਾਂ ਬਿਲਕੁਲ ਹਿੰਦੂਆਂ 'ਚੋਂ ਆਪਣੇ ਆਪ ਨੂੰ ਅਲੱਗ ਕਰ ਲਓ। ਅੱਧੇ ਮਿੰਟ 'ਚ ਤੁਸੀਂ ਕੀ ਕਹਿਣਾ? ਅਸੀਂ ਦੇਖੋ ਹਿੰਦੂਇਜ਼ਮ ਦਾ ਹਿੱਸਾ ਕਦੀ ਰਹੇ ਨਹੀਂ ਹੈਗੇ, ਜੇ ਦੇਖਿਆ ਜਾਵੇ ਹਿੰਦੂ ਲਿਖਣ ਵਿੱਚ ਹੁਣ ਧਰਮ ਮੰਨ ਲੈਂਦੇ ਆ, ਪਰ ਕਦੀ ਇਹਨਾਂ ਦੇ ਲੀਡਰਾਂ ਨੇ, ਇਹਨਾਂ ਦੇ ਨੇਤਾਵਾਂ ਨੇ ਹਿੰਦੂ ਧਰਮ ਦੇ ਕਿਹਾ ਹੀ ਨਹੀਂ। ਗਾਂਧੀ ਜੀ ਕਹਿੰਦੇ ਕਿ ਅਸੀਂ ਹਿੰਦੂ ਨਹੀਂ ਹੈਗੇ, ਹਿੰਦੂ ਧਰਮ ਹੀ ਕੋਈ ਨਹੀਂ ਹੈਗਾ। ਇਵੇਂ ਮੋਹਨ ਭਾਗਵਤ ਵੀ ਕਹਿੰਦੇ ਕਿ ਹਿੰਦੂ ਧਰਮ ਨਹੀਂ ਹੈਗਾ, ਇਹ ਤਾਂ ਕਲਚਰ ਆ, ਇਸ ਤਰੀਕੇ ਨਾਲ ਹੈਗਾ। ਸੋ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਜਦੋਂ ਹਿੰਦੂ ਕਹਿੰਦੇ ਆ, ਅਸੀਂ ਉਹ ਆ ਬੈਲ ਮੁਝੇ ਮਾਰ ਵਾਲੀ ਗੱਲ ਹੈ ਕਿ ਅਸੀਂ ਆਪਣੇ ਨਾ ਹਰਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ, ਉਹ ਹੀਰਾ ਤਾਂ ਇਹਨਾਂ ਨੂੰ ਦੇ ਤਾਕਤ ਜਿਹੜੀ ਅਸਲੀ, ਬਿਲਕੁਲ ਮਗਰੋਂ ਉਹਨਾਂ ਤੋਂ ਆਸ ਰੱਖਦੇ ਵੀ ਸਾਨੂੰ ਦੇਣਗੇ, ਕਿੱਦਾਂ ਦੇ ਦੇਣਗੇ ਉਹ ਸਾਨੂੰ ਵਾਪਸ? ਬਿਲਕੁਲ, ਜਿਹੜੀ ਤਾਕਤ ਆ ਹੀਰੇ ਵਰਗੀ ਚੀਜ਼ ਹੈ ਜਿਹੜੀ ਅਸੀਂ ਕਿਸੇ ਨੂੰ ਦੇ ਦਿੰਦੇ ਆ, ਮੁੜ ਕੇ ਉਹਦੇ ਕੋਲ ਆਸ ਕਰਦੇ ਵੀ ਸਾਨੂੰ ਵਾਪਸ ਦੇ ਦੇਊਗਾ ਅਗਲਾ, ਕਰਦਾ ਭਲਾ ਉਹ ਜਿਹੜੀ ਤਾਕਤ ਹੈਗੀ ਆਪਣੀ ਤਾਕਤ ਆ, ਆਪਣਾ ਉਹਨੂੰ ਕੋਲ ਰੱਖਣ ਦੀ ਲੋੜ ਹੈਗੀ ਆ। ਦੇਖੋ ਇਹਦੀਆਂ 2-3 ਗੱਲਾਂ ਹੈਗੀਆਂ। ਇੱਕ ਤਾਂ ਪਹਿਲੀ ਗੱਲ, ਸਾਰੇ ਕਹਿੰਦੇ ਅਨਪੜ੍ਹਤਾ ਜੀ, ਅਨਪੜ੍ਹਤਾ ਤਾਂ ਠੀਕ ਹੈ, ਅਨਪੜ੍ਹਾਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਆ ਨਾ ਜੀ, ਉਹਨਾਂ ਦੇ ਉੱਤੇ ਹਮੇਸ਼ਾ ਹੀ ਸਾਨੂੰ ਇਹ ਆ ਕਿ ਆਉਂਦੀ ਹੈ ਗੱਲ, ਬਾਬਾ ਸਾਹਿਬ ਨੇ ਖੁਦ ਪੜ੍ਹੇ ਲਿਖੇ ਨਹੀਂ ਹੈ, ਉਹ ਲਿਖੇ ਪੜ੍ਹੇ ਆ, ਜੋ ਦੂਜਿਆਂ ਨੇ ਲਿਖਿਆ ਉਹ ਪੜ੍ਹਿਆ, ਜੋ ਦੁਸ਼ਮਣਾਂ ਨੇ ਲਿਖਿਆ ਆ, ਵਿਰੋਧੀਆਂ ਨੇ ਲਿਖਿਆ ਆ ਉਹ ਪੜ੍ਹਿਆ ਆ, ਉਹ ਸੈਲਫਿਸ਼ ਪੜ੍ਹਿਆ ਲਿਖੇ ਨਹੀਂ ਹੈ।
ਉਹਨੇ ਆਪ ਮਤਲਬ ਨਾ ਆਪ ਲਿਖ ਕੇ ਨਹੀਂ ਪੜ੍ਹਿਆ, ਜਾਂ ਜਿਹੜਾ ਸਾਡੇ ਬੰਦਿਆਂ ਨੇ ਲਿਖਿਆ ਉਹਨੂੰ ਨਹੀਂ ਪੜ੍ਹਿਆ ਹੈਗਾ, ਉਹ ਉਹਨਾਂ ਦੇ ਗੁਲਾਮ ਹੋ ਗਏ। ਸੈਲਫਿਸ਼ਨੈਸ ਹੈ ਨਾ, ਉਹੀ ਗੱਲ ਹੈ ਨਾ। ਬਾਬਾ ਸਾਹਿਬ ਨੇ ਖੁਦ ਕਿਹਾ ਸੀਗਾ ਕਿ ਪੜ੍ਹੇ ਲਿਖੇ ਲੋਕਾਂ ਨੇ ਮੈਨੂੰ ਧੋਖਾ ਦਿੱਤਾ। ਸੋ ਪਿਆਰੇ ਦਰਸ਼ਕੋ, ਟਾਈਮ ਬਿਲਕੁਲ ਲਾਗੇ ਜਾ ਰਿਹਾ, 20 ਮਿੰਟ ਰਹਿ ਗਏ, 20 ਸਕਿੰਟ ਰਹਿ ਗਏ ਹੈਗੇ ਆ। ਔਰ ਅਸੀਂ ਅਖੀਰ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਮਰਦਸ਼ੁਮਾਰੀ ਇੰਡੀਆ ਦੇ ਵਿੱਚ ਹੋਵੇ, ਆਪਣਾ ਜਿਹੜਾ ਹੈਗਾ ਤੁਸੀਂ ਕਾਟਾ ਮਾਰਨਾ ਹੈਗਾ ਫਾਰਮ ਦੇ ਉੱਤੇ, ਉਹ ਸੋਚ ਕੇ ਮਾਰਨਾ। ਜਿਨ੍ਹਾਂ ਸਾਥੀਆਂ ਨੇ ਟੈਲੀਫੋਨ ਕਰਕੇ ਹਿੱਸਾ ਲਿਆ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਔਰ ਟਾਈਮ ਖਤਮ ਹੋ ਗਿਆ। ਸਾਡੇ ਦੋਹਾਂ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ।